ਯੈਸ। ਸੋ ਅੱਜ ਤੁਹਾਨੂੰ ਅਜਿਹੀ ਥੀਏਟਰ ਪਰਸਨੈਲਿਟੀ ਨਾਲ ਰੂਬਰੂ ਕਰਵਾਉਣ ਜਾ ਰਿਹਾ ਜਿਨ੍ਹਾਂ ਦਾ ਥੀਏਟਰ ਵਰਗੀ ਫੀਲਡ ਵਿੱਚ ਕਾਫੀ ਸਾਰਾ ਕੰਟਰੀਬਿਊਸ਼ਨ ਰਿਹਾ ਤੇ ਇਹਨਾਂ ਨੇ ਕਾਫੀ ਸਾਰੇ ਪਲੇਸ ਵੀ ਡਾਇਰੈਕਟ ਕੀਤੇ ਨੇ ਤੇ ਆਪਣੀ ਫੀਲਡ ਵਿੱਚ ਖੂਬ ਸਾਰਾ ਨਾਮ ਕਮਾਇਆ। ਮੇਰੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਿੰਘ। ਇਹਨਾਂ ਨਾਲ ਗੱਲਬਾਤ ਕਰਾਂਗੇ ਥੀਏਟਰ ਦਾ ਜਿਹੜੀ ਇਸ ਸਮੇਂ ਜੋ ਸਿਚੁਏਸ਼ਨ ਹੈ ਕੋਰੋਨਾ ਵਰਗੀ ਮਹਾਮਾਰੀ ਦੌਰਾਨ ਲਾਸ ਹੋ ਰਿਹਾ ਪੂਰੀ ਇੰਡਸਟਰੀ ਦਾ, ਉਹਦੇ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਟੀਵੀ NRI ਤੇ। ਸ਼ੁਕਰੀਆ ਜੀ, ਸ਼ੁਕਰੀਆ। ਸਾਹਿਬ ਤੁਹਾਨੂੰ ਇਹ ਜਾਣਨਾ ਚਾਹਾਂਗੇ ਜੋ ਇਸ ਸਮੇਂ ਸਿਚੁਏਸ਼ਨ ਹੈ ਕੋਰੋਨਾ ਵਰਗੀ ਮਹਾਮਾਰੀ ਨਾਲ ਪੂਰਾ ਦੇਸ਼ ਲੜ ਰਿਹਾ, ਥੀਏਟਰ ਨੂੰ ਕਾਫੀ ਲਾਸ ਹੋ ਰਿਹਾ। ਜਿੱਦਾਂ ਪਹਿਲਾਂ ਚਹਿਲ ਪਹਿਲ ਹੁੰਦੀ ਸੀ, ਪਲੇਸ ਹੁੰਦੇ ਸੀ, ਉਹ ਹੁਣ ਨਹੀਂ ਦੇਖਣ ਨੂੰ ਮਿਲ ਰਹੇ ਕਿਉਂਕਿ ਥੀਏਟਰ ਪੂਰੀ ਤਰ੍ਹਾਂ ਖਾਲੀ ਨੇ। ਇਹਦੇ ਬਾਰੇ ਕੀ ਵਿਊਜ਼ ਨੇ ਐਜ਼ ਐਨ ਡਾਇਰੈਕਟਰ? ਦੇਖੋ, ਇਸ ਤਰ੍ਹਾਂ ਹੈ ਕਿ ਮਹਾਮਾਰੀ ਤੇ ਪੂਰੇ ਸੰਸਾਰ ਭੁਗਤ ਰਿਹਾ ਉਸ ਨੂੰ, ਔਰ ਜਿਹੜੇ ਵੀ ਖਿੱਤੇ ਨੇ ਸਾਰੇ ਭੁਗਤ ਰਹੇ ਨੇ, ਚਾਹੇ ਕੋਈ ਵੀ ਪ੍ਰੋਫੈਸ਼ਨ ਹੈ। ਬਟ ਸਾਡਾ ਪ੍ਰੋਫੈਸ਼ਨ ਕਿਉਂਕਿ ਪਬਲਿਕ ਨਾਲ ਜੁੜਿਆ ਹੋਇਆ ਹੈ ਕਿ ਜਿੱਥੇ ਵੀ ਅਸੀਂ ਪਰਫਾਰਮ ਕਰਾਂਗੇ, ਥੀਏਟਰ ਖੁੱਲੇਗਾ, ਪਬਲਿਕ ਗੈਦਰਿੰਗ ਹੋਏਗੀ, ਉਹ ਕਿਉਂਕਿ ਟੋਟਲੀ ਆਫ ਹੈ ਸਾਰਾ ਕੁਝ। ਸਿਨੇਮਾ ਆਫ ਹੈ, ਥੀਏਟਰ ਆਫ ਹੈ, ਬਾਕੀ ਸਾਰੀ ਚੀਜ਼ਾਂ ਆਫ ਨੇ, ਪਬਲਿਕ ਇਕੱਠੀ ਨਹੀਂ ਹੋ ਸਕਦੀ। ਸੋ ਇਸ ਕਰਕੇ ਜਿਵੇਂ ਪਿਛਲੇ 4 ਮਹੀਨੇ ਹੋ ਗਏ, 4 ਮਹੀਨੇ ਤੋਂ ਕੋਈ ਪਰਫਾਰਮੈਂਸਿਸ ਨਹੀਂ ਹੋ ਰਹੀਆਂ, ਤੇ ਉਹ ਥੀਏਟਰ ਵਾਲਿਆਂ ਲਈ, ਸਿਨੇਮਾ ਵਾਲਿਆਂ ਲਈ ਵੀ ਤਕਲੀਫ ਵਾਲੀ ਗੱਲ ਤਾਂ ਹੈਗੀ ਹੈ, ਲੇਕਿਨ ਥੀਏਟਰ ਵਾਲਿਆਂ ਲਈ ਬਹੁਤ ਜ਼ਿਆਦਾ ਤਕਲੀਫ ਵਾਲੀ ਗੱਲ ਇਸ ਕਰਕੇ ਹੈ ਕਿ ਥੀਏਟਰ ਜਿਹੜਾ ਹੋਲ ਟਾਈਮ ਥੀਏਟਰ ਹੀ ਕਰਦਾ, ਜਿਹੜਾ ਹੋਰ ਕਿਸੇ ਪ੍ਰੋਫੈਸ਼ਨ ਨਾਲ ਨਹੀਂ ਜੁੜਿਆ, ਜਿਹਦੇ ਲਈ ਸ਼ੌਕੀਆ ਨਹੀਂ ਹੈ, ਉਹਦੇ ਲਈ ਬਹੁਤ ਵੱਡੀ ਮੁਸ਼ਕਿਲ ਵਾਲੀ ਗੱਲ ਹੋਊਗੀ ਕਿ ਉਹ ਫਿਰ ਕੀ ਕਰੇ। ਹੁਣ ਫਿਰ ਉਹਦੇ ਦੌਰਾਨ ਉਹ ਕਿਹੜਾ ਕੰਮ ਕਰੇ? ਜੇ ਉਹ ਥੀਏਟਰ ਕਰਨਾ ਚਾਹੁੰਦਾ, ਜਿਹੜੀਆਂ ਉਹਦੀ ਅੰਦਰ ਦੀਆਂ ਫੀਲਿੰਗਸ ਨੇ, ਉਹ ਕੋਈ ਪਰਫਾਰਮੈਂਸ ਦੇਣੀ ਚਾਹੁੰਦਾ, ਉਹ ਪਰਫਾਰਮੈਂਸ ਕਿੱਥੇ ਦੇਵੇ? ਇਹ ਬਹੁਤ ਵੱਡੀ ਦਿੱਕਤ ਪੈਦਾ ਹੋਈ ਹੈ। ਲੇਕਿਨ ਉਹ ਦਿੱਕਤ ਵੱਡੀ ਇਸ ਕਰਕੇ ਹੋ ਗਈ ਕਿ ਅਸੀਂ ਇੱਕ ਇਹੋ ਜਿਹੇ ਮੁਲਕ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਕੋਈ ਕਲਾਕਾਰਾਂ ਦੇ ਪ੍ਰਤੀ ਉਹਨਾਂ ਸੈਂਸਿਟਿਵ ਨਹੀਂ ਹੈ ਕਿ ਕਲਾਕਾਰ ਵੀ ਆਖਰ ਇੱਕ ਸਮਾਜ ਦਾ ਹਿੱਸਾ ਨੇ। ਜੇ ਕੋਈ ਮੁਸੀਬਤ ਚੱਲ ਰਹੀ ਹੈ, ਉਸ ਮੁਸੀਬਤ ਦੇ ਵਿੱਚ ਸਮਾਜ ਦੇ ਹਰ ਵਰਗ ਦਾ ਹੱਥ ਫੜਨ ਦੀ ਲੋੜ ਹੈ, ਉਹਦੀ ਬਾਂਹ ਫੜ ਕੇ ਚੱਲਣ ਦੀ ਲੋੜ ਹੈ, ਉਹਦੇ ਮੋਢੇ ਤੇ ਥਾਪੀ ਦੇਣ ਦੀ ਲੋੜ ਹੈ ਵੀ ਠੀਕ ਹੈ ਅਸੀਂ ਹੈਗੇ ਹਾਂ ਨਾ, ਇਹ ਸਮਾਂ ਬੁਰਾ ਆਇਆ, ਅਸੀਂ ਨਾਲ ਆ ਸਾਰੇ। ਪਰ ਉਹ ਇਸ ਤਰ੍ਹਾਂ ਦਾ ਕੁਝ ਹੋ ਨਹੀਂ ਰਿਹਾ, ਤੇ ਉਹ ਬਹੁਤ ਸਾਰੇ ਰੰਗਕਰਮੀ ਸਾਡੇ ਇਹੋ ਜਿਹੇ ਨੇ ਜਿਹੜੇ ਬਿਲਕੁਲ ਇਕੱਲ ਥੱਲੇ ਜਿਹੇ ਮਹਿਸੂਸ ਕਰ ਰਹੇ ਨੇ। ਐਂ ਲੱਗਦਾ ਜਿਵੇਂ ਉਹਨਾਂ ਨੂੰ ਕਿ ਸਭ ਕੁਝ ਲੁੱਟ-ਪੁੱਟ ਗਿਆ ਤੇ ਹੁਣ ਅਸੀਂ ਕੀ ਕਰਨਾ। ਸੋ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਹਾਲੇ ਕਈ ਮਹੀਨੇ ਇਹ ਦੁਬਾਰਾ ਖੁੱਲਣ ਜਾ ਰਿਹਾ ਹੈ, ਕਿਉਂਕਿ ਹੋ ਸਕਦਾ ਦੁਬਾਰਾ ਲੋਕਡਾਊਨ ਹੋ ਜਾਏ। ਕਿਉਂਕਿ ਸਥਿਤੀ ਹਾਲੇ ਖਰਾਬ ਹੋ ਰਹੀ ਹੈ, ਕੇਸਿਸ ਵੱਧ ਰਹੇ ਨੇ, ਹਰ ਜਗ੍ਹਾ ਵੱਧ ਰਹੇ ਨੇ, ਪੰਜਾਬ 'ਚ ਵੀ, ਚੰਡੀਗੜ੍ਹ ਵੀ, ਹਰਿਆਣਾ ਵੀ ਐਂਡ ਦਿੱਲੀ ਵੀ। ਸੋ ਸਥਿਤੀ ਕਾਫੀ ਖਤਰਨਾਕ ਹੈ, ਪਰ ਮੈਂ ਨਹੀਂ ਸਮਝਦਾ ਕਿ ਕੋਈ ਬਹੁਤ ਨਿਰਾਸ਼ ਹੋਣ ਦੀ ਲੋੜ ਹੈ, ਕਿਉਂਕਿ ਮਹਾਮਾਰੀ ਠੀਕ ਹੈ, ਸਾਡੇ ਸਮਿਆਂ ਦੇ ਵਿੱਚ ਪਹਿਲੀ ਵਾਰੀ ਅਸੀਂ ਦੇਖੀ ਹੈ, ਸਾਡੇ ਬਹੁਤ ਵੱਡੇ ਕਿਤੇ ਬਜ਼ੁਰਗਾਂ ਨੇ ਪਹਿਲਾਂ ਦੇਖੀ ਹੋਏਗੀ, ਸੁਣੀ ਆ ਅਸੀਂ। ਸੋ ਮਹਾਮਾਰੀ ਦਾ ਕੋਈ ਤਾਂ ਨੁਕਸਾਨ ਕਰਨਾ ਸੀ, ਸਾਡਾ ਫਰਜ਼ ਥੋੜਾ ਇਹੀ ਬਣਦਾ ਕਿ ਅਸੀਂ ਆਪਣੇ ਆਪ ਨੂੰ ਸੰਭਾਲ ਕੇ ਰੱਖੀਏ, ਇਹਦੇ ਵਿੱਚ ਸੰਜੋ ਕੇ ਰੱਖੀਏ, ਆਪਣੇ ਕੰਮ ਦੀ ਹੋਰ ਅਪਡੇਟ ਕਰਦੇ ਰਹੀਏ, ਪੜ੍ਹਦੇ ਰਹੀਏ, ਲਿਖਦੇ ਰਹੀਏ, ਕੁਝ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੀਏ, ਕੁਝ ਸਮਝਦੇ ਰਹੀਏ, ਤਾਂ ਕਿ ਅਸੀਂ ਜ਼ਿੰਦਾ ਰਹਿ ਸਕੀਏ। ਜ਼ਿੰਦਾ ਦਾ ਮਤਲਬ ਮੇਰਾ ਸਰੀਰਕ ਤੌਰ ਤੇ ਨਹੀਂ ਹੈ, ਜ਼ਿੰਦਾ ਮਤਲਬ ਅਸੀਂ ਜ਼ਿਹਨੀ ਤੌਰ ਤੇ ਜ਼ਿੰਦਾ ਰਹਿ ਸਕੀਏ, ਅਸੀਂ ਕਿਤੇ ਨਿਰਾਸ਼ਾ ਦੇ ਦੌਰ 'ਚ ਨਾ ਚਲੇ ਜਾਈਏ। ਸੋ ਮੈਂ ਇਹੀ ਸਮਝਦਾ, ਤਕਲੀਫ ਤੇ ਹੈ। ਤੇ ਤੁਹਾਨੂੰ ਕਾਫੀ ਸਾਲ ਹੋ ਗਏ ਥੀਏਟਰ ਨਾਲ ਜੁੜੇ, ਤੁਹਾਡਾ ਗਰੁੱਪ ਵੀ ਅਦਾਕਾਰਾਂ ਵਿੱਚ ਮੋਹਾਲੀ ਬੇਸ ਥੀਏਟਰ, ਤੇ ਐਦਾਂ ਨਾ ਪਹਿਲੀ ਵਾਰ ਹੋਇਆ ਦੇਸ਼ ਵਿੱਚ ਕਿ ਐਦਾਂ ਸਾਰਾ ਕੁਝ ਕਲੋਜ਼ ਹੈ, ਸਭ ਕੁਝ ਲੋਕਡਾਊਨ ਹੈ, ਲੋਕਾਂ ਨੂੰ ਘਰੇ ਬੈਠਣਾ ਪੈ ਰਿਹਾ ਕਿ ਜਿਹੜੇ ਆਰਟਿਸਟ ਨੇ ਉਹਨਾਂ ਦਾ ਜਿਹੜਾ ਆਪਸ਼ਨ ਹੈ, ਸਕੋਪ ਹੈ, ਉਹ ਸਿਰਫ ਥੀਏਟਰ ਹੀ ਹੈ, ਉਹ ਅੱਗੇ ਕੀ ਕਰ ਸਕਦੇ ਨੇ? ਦੇਖੋ, ਜਿਹੜਾ ਤੇ ਆਰਟਿਸਟ ਹਾਲੇ ਸ਼ੁਰੂ ਹੋਇਆ ਹੈ, ਉਹ ਤਾਂ ਹੋ ਸਕਦਾ ਕਿ ਤਬਦੀਲੀ ਕਰਨ ਬਾਰੇ ਸੋਚ ਲਵੇ ਕਿ ਮੈਨੂੰ ਹਲੇ 6 ਮਹੀਨੇ ਸਾਲ ਹੋਏ, ਮੈਂ ਇਸ ਪ੍ਰੋਫੈਸ਼ਨ 'ਚ ਆਇਆ ਸੀ, ਜਾਂ ਹਲੇ ਮੈਂ ਸ਼ੌਕੀਆ ਆਇਆ ਸੀ, ਤੇ ਚਲੋ ਇਹ ਠੀਕ ਨਹੀਂ ਹੁਣ ਇਸ ਵੇਲੇ ਚੱਲ ਰਿਹਾ, ਮੈਂ ਕੁਝ ਹੋਰ ਕਰ ਲੈਂਦਾ। ਜਾਂ ਜੇ ਕੋਈ ਸ਼ੌਕੀਆ ਪਹਿਲਾਂ ਹੀ ਸ਼ੌਕੀਆ ਸੀ, ਕੋਈ ਜੌਬ ਕਰਦਾ ਸੀ, ਉਹਦੇ ਲਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਕੋਈ ਪ੍ਰੋਫੈਸ਼ਨ ਬਿਜ਼ਨਸ ਕਰਦਾ ਸੀ, ਸ਼ੌਕੀਆ ਸ਼ਾਮ ਨੂੰ 2 ਘੰਟੇ ਸਪੈਂਡ ਕਰਦਾ ਸੀ, ਤੇ ਉਹਦੇ ਲਈ ਕੋਈ ਦਿੱਕਤ ਨਹੀਂ ਹੈ। ਪਰ ਜਿਹੜਾ ਨਿਰੋਲ ਥੀਏਟਰ ਕਰਦਾ, ਜਾਂ ਜਿਹਨੂੰ 15 ਸਾਲ, 20 ਸਾਲ, 25 ਸਾਲ, ਜਿਵੇਂ ਮੈਨੂੰ ਆਲਮੋਸਟ 30 ਸਾਲ ਹੋ ਗਏ, 30-32 ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ, ਤੇ ਸਡਨਲੀ 30 ਸਾਲਾਂ ਤੋਂ ਬਾਅਦ ਤੁਹਾਨੂੰ ਕੋਈ ਕਹੇ ਕਿ ਹੁਣ ਤੁਸੀਂ ਚੇਂਜ ਕਰ ਲਓ, ਤੇ ਉਹ ਪੋਸੀਬਲ ਨਹੀਂ ਹੈ। ਔਰ ਉਹ ਪੋਸੀਬਲ ਔਰ ਉਹ ਹੋਣਾ ਵੀ ਨਹੀਂ ਚਾਹੀਦਾ ਇਸ ਤਰ੍ਹਾਂ, ਕਿਉਂਕਿ ਉਹ ਤਾਂ ਫਿਰ ਇਸ ਤਰ੍ਹਾਂ ਹੋ ਗਿਆ ਨਾ ਕਿ ਜਦੋਂ ਮੁਸ਼ਕਿਲ ਆਈ ਤੇ ਤੁਸੀਂ ਮੈਦਾਨ ਛੱਡ ਕੇ ਭੱਜ ਗਏ। ਸੋ ਮੁਸ਼ਕਿਲ ਤੇ ਆਈ ਹੋਈ ਹੈ ਨਾ, ਉਸ ਤੋਂ ਅਸੀਂ ਭੱਜ ਨਹੀਂ ਸਕਦੇ। ਮੈਂ ਆਪਣੀ ਜੇ ਐਗਜ਼ਾਮਪਲ ਤੁਹਾਨੂੰ ਦੇਵਾਂ, ਤੇ ਜਦੋਂ ਲੋਕਡਾਊਨ ਇਹ ਸ਼ੁਰੂ ਹੋਇਆ, ਲੋਕਡਾਊਨ ਤੋਂ ਪਹਿਲਾਂ ਮੇਰੀਆਂ ਕੁਝ ਪਰਫਾਰਮੈਂਸਿਸ ਬਹੁਤ ਬਹੁਤ ਪਪੂਲਰ ਹੋਈਆਂ ਸੀ। ਮੇਰੀ ਇੱਕ ਸੋਲੋ ਪਰਫਾਰਮੈਂਸ ਸੀ ਸੰਮਾਂ ਵਾਲੀ ਡਾਂਗ, ਉਹਦੇ ਮੈਂ ਬਹੁਤ ਸਾਰੇ ਸ਼ੋਜ਼ ਪੰਜਾਬ ਦੇ ਵਿੱਚ ਕਰ ਰਿਹਾ ਸੀ, ਔਰ ਬਹੁਤ ਸਾਰੇ ਸ਼ੋਅ ਉਦੋਂ ਪਲਾਨ ਹੋਏ ਸੀ ਮਾਰਚ ਮਹੀਨੇ ਦੇ ਵਿੱਚ, ਮਾਰਚ ਅਪ੍ਰੈਲ ਦੇ ਵਿੱਚ ਬਹੁਤ ਸਾਰੇ ਸ਼ੋਜ਼ ਹੋਣੇ ਸੀ। ਫਿਰ ਮੈਂ ਇੱਕ ਬੇਟੀ ਨੇ, ਮਲਿਕਾ ਨੇ ਸੋਲੋ ਕੀਤਾ ਸੀ, ਮੈਂ ਲਿਖਿਆ ਤੇ ਡਾਇਰੈਕਟ ਕੀਤਾ ਸੀ ਵਜਾਈਨਾ ਟਾਕਸ, ਉਹ ਕਾਫੀ ਚਰਚਿਤ ਹੋਇਆ ਸੀ। ਹਾਲੇ ਅਸੀਂ ਉਹਦੇ 4 ਸ਼ੋਅ ਹੀ ਕੀਤੇ ਸੀਗੇ, ਉਹਦੇ ਬਹੁਤ ਸਾਰੇ ਸ਼ੋਜ਼ ਅਸੀਂ ਕਰਨੇ ਸੀ। ਸੋ ਉਹ ਚੀਜ਼ਾਂ ਜਦੋਂ ਇੱਕਦਮ ਤੁਹਾਡੀ ਗੱਡੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੋਵੇ ਤਾਂ ਸਡਨਲੀ ਤੁਹਾਨੂੰ ਬ੍ਰੇਕ ਮਾਰਨੇ ਪੈ ਜੇ, ਇਹ ਤਕਲੀਫ ਤੇ ਹੁੰਦੀ ਹੈ। ਪਰ ਇਹ ਹੈ ਕਿ
ਉਮੀਦਾਂ ਹੈਗੀਆਂ ਨੇ ਕਿ ਜਦੋਂ ਖੁੱਲੇਗਾ ਉਦੋਂ ਲੋਕਾਂ ਦਾ ਰਿਸਪੌਂਸ ਕਿਹੋ ਜਿਹਾ ਆਏਗਾ। ਸੋ ਡਿਪੈਂਡ ਸਿਰਫ ਸਾਡੇ ਤੇ ਨਹੀਂ ਕਰਦਾ ਇਕੱਲਾ, ਲੋਕਾਂ ਤੇ ਵੀ ਡਿਪੈਂਡ ਕਰਦਾ ਕਿ ਲੋਕ ਕੀ ਸਾਨੂੰ ਸੱਚੀ ਮੁੱਚੀ ਇੰਤਜ਼ਾਰ ਕਰ ਰਹੇ ਨੇ ਸਾਡਾ, ਕੀ ਸੱਚੀ ਮੁੱਚੀ ਉਸ ਦਿਨ ਦੀ ਵੇਟ ਕਰ ਰਹੇ ਨੇ ਕਿ ਜਦੋਂ ਇਹ ਲੋਕਡਾਊਨ ਖੁੱਲ ਜਾਏਗਾ, ਜਦੋਂ ਇਹ ਸਾਰਾ ਕੁਝ ਠੀਕ ਹੋ ਜਾਏਗਾ ਤੇ ਜਿੱਥੇ ਸਾਨੂੰ ਹੋਰ ਚੀਜ਼ਾਂ ਦੀ ਲੋੜ ਪਏਗੀ ਕਿ ਸਾਨੂੰ ਸਮਾਜ ਦੇ ਵਿੱਚ ਜਿਹੜੀਆਂ ਸਾਡੀਆਂ ਲੋੜਾਂ ਨੇ ਬੁਨਿਆਦੀ, ਉਹ ਸਾਡੀਆਂ ਇੱਥੋਂ ਪੂਰੀਆਂ ਹੋਣੀਆਂ ਜਾਂ ਉੱਥੋਂ ਪੂਰੀਆਂ ਹੋਣੀਆਂ, ਕੀ ਇਹ ਵੀ ਇੱਕ ਸਮਾਜ ਸਮਝੇਗਾ ਵੀ ਆ ਵੀ ਸਾਡੀ ਇੱਕ ਲੋੜ ਹੈ ਤੇ ਹੁਣ ਉਹ ਸਾਨੂੰ ਆਵਾਜ਼ ਮਾਰਨਗੇ ਕਿ ਵੀ ਥੀਏਟਰ ਵਾਲਿਓ ਤੁਸੀਂ ਕਿੱਥੇ ਹੋ, ਆਓ ਪਰਫਾਰਮ ਕਰੋ, ਅਸੀਂ ਥੀਏਟਰ ਭਰਾਂਗੇ, ਫਿਰ ਥੀਏਟਰ ਦੇ ਵਿੱਚ ਆਵਾਂਗੇ। ਸੋ ਇਹ ਦੋਨੋਂ ਪਾਸਿਓਂ ਬਰਾਬਰ ਦਾ ਇੱਕ ਰਿਸਪੌਂਸ ਹੋਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਮੈਂ ਆਪਣੇ ਨਿੱਜੀ ਤੌਰ ਤੇ ਸਮਝਦਾ, ਮੈਂ ਬਿਲਕੁਲ ਨਹੀਂ ਸਮਝਦਾ ਕਿ ਜੇ 6 ਮਹੀਨੇ ਵੀ ਹੋਰ ਇਹ ਚੱਲਦਾ ਰਹੇਗਾ ਤੇ ਮੈਂ ਥੀਏਟਰ ਛੱਡ ਦਾਂਗਾ। ਇਹ ਸੰਭਵ ਨਹੀਂ ਹੈ, ਕਿਉਂਕਿ ਜਿੱਥੇ ਤੁਸੀਂ 30-32 ਸਾਲ ਜਿਸ ਪ੍ਰੋਫੈਸ਼ਨ ਨੂੰ ਦੇ ਚੁੱਕੇ ਹੋਏ ਹੋ, ਉਸ ਪ੍ਰੋਫੈਸ਼ਨ ਨੇ ਵੀ ਤੁਹਾਨੂੰ ਬਹੁਤ ਕੁਝ ਦਿੱਤਾ ਹੈ। ਇਕੱਲਾ ਤੁਸੀਂ ਨਹੀਂ ਉਹਨੂੰ ਕੁਝ ਦਿੱਤਾ, ਉਹਨੇ ਵੀ ਤੁਹਾਨੂੰ ਬਹੁਤ ਕੁਝ ਦਿੱਤਾ। ਸਮਾਜ ਵਿੱਚ ਮਾਣ, ਇੱਜ਼ਤ, ਸਤਿਕਾਰ ਦਿੱਤਾ, ਨਾਮ ਦਿੱਤਾ, ਤੁਸੀਂ ਪੈਸੇ ਵੀ ਕਮਾਏ, ਤੁਹਾਨੂੰ ਬਹੁਤ ਸ਼ੋਹਰਤ ਵੀ ਮਿਲੀ ਹੈ। ਉਹ ਸਾਰੀ ਸ਼ੋਹਰਤ ਜੇ ਮੈਨੂੰ ਥੀਏਟਰ ਨੇ ਦਿੱਤੀ ਹੈ ਤਾਂ ਮੈਂ ਚਾਹੁੰਦਾ ਕਿ ਥੀਏਟਰ ਲਈ ਇੰਤਜ਼ਾਰ ਵੀ ਮੈਨੂੰ ਕਰਨਾ ਮੇਰਾ ਫਰਜ਼ ਬਣਦਾ ਹੈ। ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਲੋਕ ਮੁੜ ਤੋਂ ਵਾਪਸ ਆਉਣਗੇ, ਮੁੜ ਤੋਂ ਥੀਏਟਰ ਇੰਜੋਏ ਕਰਨਗੇ, ਕੀ ਜਿਹੜੀ ਐਕਸਾਈਟਮੈਂਟ ਉਹਨਾਂ 'ਚ ਪਹਿਲਾਂ ਹੁੰਦੀ ਸੀ ਪਲੇਸ ਦੇਖਣ ਦੀ, ਹੁਣ ਉਹ ਮੁੜ ਤੋਂ ਵਾਪਸ ਆ ਪਾਏਗੀ? ਕਿਉਂਕਿ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਡਰ ਵੀ ਰਹੇਗਾ ਕਿ ਕਰੋਨਾ ਵਰਗੀ ਮਹਾਮਾਰੀ ਫੈਲ ਕੇ ਚੁੱਕੀ ਹੈ। ਇੱਕ ਡਰ ਰਹਿੰਦਾ ਜਨਤਾ ਨੂੰ ਕਿ ਨਹੀਂ, ਅਸੀਂ ਉਹ ਬਾਹਰ ਜਾਣਾ, ਸੁੱਤਾ ਸ਼ਾਪਿੰਗ ਰਹੇਗੀ, ਮਾਲਸ। ਕਿਉਂਕਿ ਜਿਹੜਾ ਕਰੋਨਾ ਦਾ ਡਰ ਹੈ ਨਾ, ਕਰੋਨਾ ਦਾ ਡਰ ਤਾਂ ਕੱਲਾ ਥੀਏਟਰ ਚ ਆਉਣ ਨਾਲ ਹੀ ਨਹੀਂ ਹੈ। ਕਰੋਨਾ ਦਾ ਜਿਹੜਾ ਡਰ ਹੈ ਉਹ ਤੇ ਅਦਰਵਾਈਜ਼ ਵੀ ਹੈਗਾ ਹੀ ਹੈ। ਉਹ ਤਾਂ ਤੁਸੀਂ ਕਿਤੇ ਹੋਰ ਵੀ ਜਗ੍ਹਾ ਆਉਂਦੇ ਹੋ, ਤੁਸੀਂ ਮਾਲ ਦੇ ਵਿੱਚ ਕੋਈ ਸ਼ਾਪਿੰਗ ਕਰਨ ਜਾਂਦੇ ਹੋ, ਜਾਂ ਤੁਸੀਂ ਕਿਤੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਜਾਂਦੇ ਹੋ, ਜਾਂ ਤੁਸੀਂ ਕਿਸੇ ਹੋਟਲ 'ਚ ਜਾਂਦੇ ਹੋ, ਜਾਂ ਕਿਸੇ ਵੀ ਜਗ੍ਹਾ ਤੁਸੀਂ ਆਪਣੇ ਦਫ਼ਤਰ ਜਾਂਦੇ ਹੋ, ਤੁਸੀਂ ਉੱਥੇ ਤੁਹਾਡੇ 10, 15, 20, 25 ਜਾਂ 50 ਕਲੀਗਸ ਨੇ, ਤੁਸੀਂ ਉੱਥੇ ਜੌਬ ਕਰਦੇ ਹੋ, ਜਾਂ ਕੋਈ ਜਰਨਲਿਸਟ ਹੈ ਉਹ ਬਾਹਰ ਸਮਾਜ ਦੇ ਵਿੱਚ ਵਿਚਰਦਾ, 10 ਬੰਦਿਆਂ ਨੂੰ ਮਿਲਦਾ, ਇੰਟਰਵਿਊ ਕਰਦਾ। ਸੋ ਰਿਸਕ ਇਜ਼ ਆਲਵੇਜ਼ ਦੇਅਰ। ਡਿਪੈਂਡ ਤਾਂ ਸਿਰਫ ਇੱਥੇ ਗੱਲ ਕਰਦੀ ਹੈ ਕਿ ਕੀ ਅਸੀਂ ਇੰਨੇ ਸਾਲ ਤੋਂ ਜਦੋਂ ਥੀਏਟਰ ਕਰ ਰਹੇ ਹਾਂ, ਕੀ ਅਸੀਂ ਸਮਾਜ ਦੀ ਲੋੜ ਬਣੇ ਆ ਜਾਂ ਨਹੀਂ ਬਣੇ। ਮੈਨੂੰ ਐਂ ਲੱਗਦਾ ਹੈ ਕਿ ਜਦੋਂ ਪਿਛਲੇ ਕਈ ਸਾਲਾਂ ਦਾ ਜੇ ਮੈਂ ਆਪਣਾ ਤਜਰਬਾ ਦੇਖਾਂ, ਤੇ ਜਦੋਂ ਵੀ ਅਸੀਂ ਥੀਏਟਰ ਕੀਤਾ ਤੇ ਲੋਕੀ ਭੱਜ ਕੇ ਆਏ ਨੇ, ਲੋਕਾਂ ਨੇ ਹਾਊਸਫੁੱਲ ਕੀਤੇ ਨੇ, ਲੋਕੀ ਆਏ ਨੇ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਨਵਾਂ ਨਾਟਕ ਕਰ ਰਹੇ ਨੇ ਕੁਝ। ਸੋ ਜਦੋਂ ਇਹ ਸਾਰਾ ਕੁਝ ਖੁੱਲੇਗਾ ਤੇ ਮੈਂ ਸਮਝਦਾ ਲੋਕਾਂ ਵੱਲੋਂ ਉਸ ਦਾ ਉਤਸ਼ਾਹ ਫਿਰ ਦੇਖਣ ਨੂੰ ਮਿਲੇਗਾ। ਹਾਂ, ਇਤਿਹਾਦ ਲੋਕੀ ਰੱਖਣਗੇ, ਇਤਿਹਾਦ ਸਿਰਫ ਥੀਏਟਰ ਦੇਖਣ ਲਈ ਨਹੀਂ ਰੱਖਣਗੇ, ਉਹ ਹਰ ਜਗ੍ਹਾ ਹੀ ਰੱਖਣਗੇ। ਮਾਸਕ ਪਹਿਨਣਾ ਹੋ ਸਕਦਾ ਕੰਪਲਸਰੀ ਹੀ ਹੋ ਜੇ, ਹੋ ਸਕਦਾ ਸਾਨੂੰ ਆਦਤਾਂ ਪੈ ਜਾਣ ਕਿ ਅਸੀਂ ਜਿੱਥੇ ਵੀ ਜਾਵਾਂਗੇ ਮਾਸਕ ਪਹਿਨ ਕੇ ਜਾਵਾਂਗੇ, ਅਸੀਂ ਸੈਨੀਟਾਈਜ਼ਰ ਨੂੰ ਵਰਤਾਂਗੇ ਜਾਂ ਹੱਥ ਧੋਵਾਂਗੇ ਉਸ ਤਰ੍ਹਾਂ ਬਾਰ-ਬਾਰ, ਜਾਂ ਥੋੜੀ ਜੀ ਜਿਹੜੀ ਸਮਾਜਿਕ ਦੂਰੀ ਹੈ ਲੋਕਾਂ ਤੋਂ, ਸਰੀਰਕ ਦੂਰੀ, ਉਹਨੂੰ ਬਣਾ ਕੇ ਰੱਖਾਂਗੇ। ਪਰ ਜੇ ਸਾਡੇ 'ਚ ਉਤਸ਼ਾਹ ਹੋਏਗਾ ਤੇ ਥੀਏਟਰ 'ਚ ਵੀ ਚੀਜ਼ਾਂ ਇੰਪਰੋਵਾਈਜ਼ ਹੋ ਜਾਣਗੀਆਂ, ਚੇਅਰ ਦੀ ਡਿਸਟੈਂਸ ਘੱਟ ਵੱਧ ਸਕਦੀ ਹੈ, ਕੁਝ ਵੀ ਹੋ ਸਕਦਾ। ਪਰ ਮੈਂ ਇਹ ਬਿਲਕੁਲ ਨਹੀਂ ਸਮਝਦਾ। ਦੇਖੋ, ਜਦੋਂ ਟੀਵੀ ਆਇਆ ਸੀ ਤਾਂ ਇਹ ਲੱਗਾ ਸੀ ਵੀ ਥੀਏਟਰ ਮਰ ਜਾਏਗਾ, ਵੀ ਹੁਣ ਲੋਕੀ ਟੀਵੀ ਦੇਖ ਰਹੇ ਆ, ਲੋਕਾਂ ਨੂੰ ਟੀਵੀ ਤੇ ਸਾਰਾ ਕੁਝ ਮਿਲ ਗਿਆ, ਫਿਲਮਾਂ ਦੇਖ ਰਹੇ ਆ। ਪਰ ਨਹੀਂ, ਥੀਏਟਰ ਨਹੀਂ ਮਰਿਆ ਕਦੇ ਵੀ, ਕਿਉਂਕਿ ਥੀਏਟਰ ਇੱਕ ਲਾਈਵ ਆਰਟ ਹੈ, ਜ਼ਿੰਦਾ ਆਰਟ ਹੈ। ਉਹ ਜ਼ਿੰਦਾ ਆਰਟ ਜਿਹੜਾ ਹੈਗਾ ਲੋਕਾਂ ਨੂੰ ਚਾਹੀਦਾ ਹੈ, ਉਹ ਇੱਕ ਲੋਕਾਂ ਦੀ ਭੁੱਖ ਹੈ, ਇੱਕ ਲੋਕਾਂ ਨੂੰ ਉਸ ਦੇ ਵਿੱਚੋਂ ਕੁਝ ਮਿਲਦਾ ਹੈ, ਕੁਝ ਪ੍ਰਾਪਤ ਹੁੰਦਾ ਹੈ। ਸਿੱਧਾ ਐਕਟਰ ਪਰਫਾਰਮ ਕਰਦਾ ਹੋਇਆ ਤੁਹਾਨੂੰ ਸਾਹਮਣੇ ਨਜ਼ਰ ਆਉਂਦਾ ਹੈ, ਐਂਡ ਵਿਸ਼ੇ ਦੀ ਵੰਨ ਸੁਵੰਨਤਾ ਹੁੰਦੀ ਹੈ, ਜ਼ਿੰਦਗੀ ਦੇ ਬਹੁਤ ਨੇੜੇ ਹੋਣ ਵਾਲੇ ਵਿਸ਼ੇ ਹੁੰਦੇ ਨੇ, ਔਰ ਉਹਦੇ ਵਿੱਚ ਇੰਨਾ ਪ੍ਰਯੋਗ ਹੁੰਦਾ ਹੈ ਕਿ ਫਿਲਮ ਦੇ ਵਿੱਚ ਤਾਂ ਫਿਰ ਵੀ ਤੁਹਾਨੂੰ ਪਤਾ ਹੁੰਦਾ ਨਾ ਕਿ ਰੀਅਲ ਲੋਕੇਸ਼ਨਸ ਤੇ ਸਾਰਾ ਕੁਝ ਹੋ ਰਿਹਾ ਹੈ ਨਾ। ਉਹਦਾ ਇੱਕ ਚਾਰਮ ਹੋਰ ਹੁੰਦਾ ਵੀ ਸਮੁੰਦਰ ਦੇ ਉੱਤੇ ਜੇ ਮੁੰਡਾ ਕੁੜੀ ਮਿਲ ਰਹੇ ਤੇ ਸਮੁੰਦਰ ਨਜ਼ਰ ਆ ਰਿਹਾ। ਥੀਏਟਰ ਦੇ ਵਿੱਚ ਇੱਕ ਅਲੱਗ ਚਾਰਮ ਹੁੰਦਾ ਕਿ ਥੀਏਟਰ ਦੇ ਵਿੱਚ ਥੀਏਟਰ ਹੀ ਹੈ, ਪਰ ਉੱਥੇ ਇਹ ਹੁਣ ਸਮੁੰਦਰ ਕਿਵੇਂ ਦਿਖਾਣਗੇ, ਇਹ ਸੜਕ ਕਿਵੇਂ ਦਿਖਾਣਗੇ, ਇੱਕ ਵੱਡੀ ਬਿਲਡਿੰਗ ਕਿਵੇਂ ਦਿਖਾਣਗੇ, ਜਾਂ ਘਰ ਦਾ ਬੈਡਰੂਮ ਕਿਵੇਂ ਕ੍ਰੀਏਟ ਕਰਨਗੇ, ਜਾਂ ਇਹ ਕੋਈ ਪਾਰਕਿੰਗ ਲੋਟ ਇੱਥੇ ਸਟੇਜ ਦੇ ਉੱਤੇ ਕਿੱਦਾਂ ਕ੍ਰੀਏਟ ਕਰ ਦੇਣਗੇ, ਜਾਂ ਹੋਰ ਤਮਾਮ ਚੀਜ਼ਾਂ ਆਪਾਂ ਕ੍ਰੀਏਟ ਕਰਦੇ ਨਾ, ਰੈਸਟੋਰੈਂਟ ਵੀ ਉੱਥੇ ਕ੍ਰੀਏਟ ਕਰ ਦਿੰਦੇ ਆ, ਬਾਰ ਵੀ ਕ੍ਰੀਏਟ ਕਰ ਦਿੰਦੇ ਆ, ਹੋਰ ਚੀਜ਼ਾਂ। ਸੋ ਉਹ ਇੱਕ ਜਿਹੜਾ ਥੀਏਟਰ ਦਾ ਚਾਰਮ ਹੈ, ਐਂਡ ਥੀਏਟਰ ਦੀ ਜਿਹੜੀ ਬਲੰਟਨੈਸ ਹੈ, ਜਿਹੜਾ ਥੀਏਟਰ ਬਲੰਟ ਹੋ ਕੇ ਗੱਲ ਕਰਦਾ ਹੈ, ਥੀਏਟਰ ਰੁਥਲੈਸ ਹੁੰਦਾ ਹੈ। ਥੀਏਟਰ ਜਿਹੜਾ ਸਮਾਜ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦੀ ਗੰਦਗੀ ਹੈ, ਜਾਂ ਸਮਾਜ ਦੇ ਵਿੱਚ ਕੋਈ ਮੁਸ਼ਕਿਲ ਹੈ, ਕੋਈ ਤਕਲੀਫ ਹੈ, ਜਾਂ ਕੋਈ ਬੁਰਾਈ ਹੈ, ਸਮਾਜ ਸਿੱਧਾ ਉਹਨੂੰ ਜਿਹੜਾ ਥੀਏਟਰ ਹੈ ਪਿਨ ਪੁਆਇੰਟ ਕਰਦਾ। ਜਿਹੜਾ ਥੀਏਟਰ ਹੈ ਉਹ ਸੱਤਾ ਤੇ ਵੀ ਉਂਗਲ ਰੱਖਦਾ ਹੈ। ਜੇ ਸੱਤਾ ਤੇ ਵੀ ਥੀਏਟਰ ਉਂਗਲ ਰੱਖਦਾ ਹੈ, ਸੱਤਾ ਤੇ ਵੀ ਬਰਾਬਰ ਕਿਤੇ ਕਿ ਇੱਥੇ ਸਿਸਟਮ ਗਲਤ ਹੈ, ਇੱਥੇ ਸਰਕਾਰ ਗਲਤ ਹੈ, ਜਾਂ ਸਿਸਟਮ ਗਲਤ ਹੈ, ਜਾਂ ਅਫਸਰਸ਼ਾਹੀ ਗਲਤ ਹੈ, ਜਾਂ ਕੁਝ ਵੀ ਗਲਤ ਹੈ, ਉਹ ਪਿਨ ਪੁਆਇੰਟ ਕਰਦਾ। ਇਹ ਜਿਹੜੇ ਸਾਰੇ ਗੁਣ ਨੇ ਇਹ ਸਿਰਫ ਤੇ ਸਿਰਫ ਥੀਏਟਰ ਕੋਲ ਨੇ, ਇਹ ਫਿਲਮ ਕੋਲ ਵੀ ਨਹੀਂ ਹੈ। ਫਿਲਮ ਕਦੀ ਕਦੀ ਕੋਈ 40-50 ਫਿਲਮਾਂ ਤੋਂ ਬਾਅਦ ਇੱਕ ਫਿਲਮ ਆਉਂਦੀ ਹੈ ਜਿਹੜੀ ਇਸ ਤਰ੍ਹਾਂ ਕਿਤੇ ਸਿਸਟਮ ਤੇ ਉਂਗਲ ਰੱਖਦੀ ਹੈ, ਨਹੀਂ ਤੇ ਆਮ ਤੌਰ ਤੇ ਜ਼ਿਆਦਾ ਮਨੋਰੰਜਨ ਵਾਲੇ ਪਾਸੇ ਫਿਲਮ ਲਾਈਨ ਰਹਿੰਦੀ ਹੈ। ਲੇਕਿਨ ਇੱਥੇ ਮਨੋਰੰਜਨ ਦੇ ਨਾਲ ਨਾਲ
ਲੋਕਾਂ ਨੂੰ ਇੱਕ ਇਹ ਵੀ ਕਿਉਰਿਓਸਿਟੀ ਹੁੰਦੀ ਹੈ ਕਿ ਅੱਜ ਜਿਹੜਾ ਅਸੀਂ ਥੀਏਟਰ ਦੇਖਣ ਜਾ ਰਹੇ ਹਾਂ ਉਹਦਾ ਵਿਸ਼ਾ ਕਿਸ ਕਿਸ ਬੁਰਾਈ ਦੇ ਉੱਤੇ ਉਂਗਲ ਰੱਖਣ ਲੱਗਾ, ਜਾਂ ਕਿਸ ਪ੍ਰਾਪਤੀ ਦੀ ਗੱਲ ਕਰਨ ਲੱਗਾ, ਜਾਂ ਸਮਾਜ ਦੀ ਕਿਹੜੀ ਅਚੀਵਮੈਂਟ ਨੂੰ ਅੱਜ ਇਹ ਹਾਈਲਾਈਟ ਕਰਨ ਲੱਗਾ, ਜਾਂ ਸਮਾਜ ਦੇ ਕਿਹੜੇ ਹਨੇਰੇ ਪੱਖ ਨੂੰ ਅੱਜ ਇਹ ਉਜਾਗਰ ਕਰਨ ਲੱਗਾ। ਸੋ ਇਹ ਰੰਗਮੰਚ ਦੇ ਚੈਲੰਜਸ ਨੇ, ਤੇ ਜਦੋਂ ਤੱਕ ਸਮਾਜ ਜ਼ਿੰਦਾ ਰਹੇਗਾ ਥੀਏਟਰ ਵੀ ਜ਼ਿੰਦਾ ਰਹੇਗਾ। ਥੀਏਟਰ ਨਹੀਂ ਮਰ ਨਹੀਂ ਸਕਦਾ। ਹਾਂ, ਇੱਕ ਪੜਾਅ ਆ, ਇਹ ਸਮਝ ਲਓ ਪੌਜ਼ ਦਾ ਬਟਨ ਦੱਬਿਆ ਹੋਇਆ ਸੀ, ਲੇਕਿਨ ਉਸ ਪੌਜ਼ ਦੇ ਬਟਨ ਤੋਂ ਬਾਅਦ ਪਲੇ ਦਾ ਬਟਨ ਜ਼ਰੂਰ ਉਹ ਦੱਬਿਆ ਜਾਏਗਾ। ਬਿਲਕੁਲ, ਜਿੱਦਾਂ ਸੀਨੀਅਰ ਆਰਟਿਸਟ ਨੇ ਉਹਨਾਂ ਨੇ ਆਪਣਾ ਜਿੰਨਾ ਕਰੀਅਰ 'ਚ ਸਟਰਗਲ ਕੀਤਾ ਹੈ, ਜਿਸ ਮੁਕਾਮ ਤੇ ਹੈਗੇ ਨੇ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਤਾ ਅੱਗੇ ਸਾਡਾ ਸਕੋਪ ਕੀ ਹੈ, ਅਸੀਂ ਕੁਝ ਵੀ ਕਰ ਸਕਦੇ, ਉਹਨਾਂ ਕੋਲ ਆਪਸ਼ਨ ਹੈ। ਵਾਟ ਅਬਾਊਟ ਜੂਨੀਅਰ ਆਰਟਿਸਟ, ਉਹਨਾਂ ਦਾ ਕੀ ਸਕੋਪ ਆ, ਉਹਨਾਂ ਦਾ ਕੀ ਸੋਰਸ ਆਫ ਇਨਕਮ ਹੈ? ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਦੇਸ਼ ਦੇ, ਉਹ ਕੀ ਕਰਨਗੇ? ਉਹਨਾਂ ਕੋਲ ਕੀ ਆਪਸ਼ਨ ਹੈ? ਮੈਂ ਤੁਹਾਡੀ ਬਿਲਕੁਲ ਗੱਲ ਸਮਝਦਾ। ਸੋਰਸ ਆਫ ਇਨਕਮ ਤਾਂ ਕਿਸੇ ਕੋਲ ਵੀ ਨਹੀਂ ਹੈ। ਮਤਲਬ ਮੈਂ ਪਿਛਲੇ 4 ਮਹੀਨੇ ਤੋਂ ਇਹ ਮਹਿਸੂਸ ਕਰ ਰਿਹਾ ਕਿ ਜਿਵੇਂ ਮੈਂ ਰਿਟਾਇਰਡ ਲਾਈਫ ਜੀ ਰਿਹਾ, ਕਿ ਇਹ ਕੰਮ ਨਹੀਂ ਮੈਂ ਕਰ ਰਿਹਾ, ਰਿਟਾਇਰਡ ਲਾਈਫ ਜੀ ਰਿਹਾ, ਕਿ ਜੋ ਮੈਂ ਹੁਣ ਤੱਕ ਕੋਈ ਪੂੰਜੀ ਕਮਾਈ ਹੋਈ ਸੀ ਉਹਦੇ ਸਿਰ ਤੇ ਗੁਜ਼ਾਰਾ ਕਰ ਰਿਹਾ। ਇੱਕ ਰਿਟਾਇਰਮੈਂਟ ਦੀ ਲਾਈਫ ਦੀ ਤੁਹਾਨੂੰ ਪਹਿਲਾਂ ਹੀ ਫੀਲਿੰਗ ਮਿਲ ਗਈ, ਹਾਲੇ ਤੁਸੀਂ ਰਿਟਾਇਰ ਹੋਏ ਨਹੀਂ। ਤਾਂ ਉਹ ਸੋਰਸ ਆਫ ਇਨਕਮ ਤਾਂ ਖਤਮ ਹੋ ਗਿਆ। ਲੇਕਿਨ ਜਿਹੜਾ ਸੀਨੀਅਰ ਆਰਟਿਸਟ ਹੈ, ਜਿਹੜਾ ਆਪਾਂ ਨੂੰ ਲੱਗਦਾ ਕਿ ਥੋੜਾ ਸੌਖ ਵਿੱਚ ਹੈ, ਉਹਨੇ ਵੀ ਜ਼ਿੰਦਗੀ ਦਾ, ਜਿਵੇਂ ਮੈਂ 30-32 ਸਾਲ ਦਾ ਮੇਰਾ ਜ਼ਿੰਦਗੀ ਦਾ ਸੰਘਰਸ਼ ਹੈ, ਉਸ ਸੰਘਰਸ਼ ਤੋਂ ਬਾਅਦ, ਸੰਘਰਸ਼ ਹਾਲੇ ਵੀ ਮੁੱਕਿਆ ਨਹੀਂ, ਸੰਘਰਸ਼ ਤਾਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਰਹਿਣਾ ਹੈ। ਉਸ ਸੰਘਰਸ਼ ਤੋਂ ਬਾਅਦ ਜੇ ਕਿਸੇ ਨੇ ਨਾਮ ਕਮਾਇਆ, ਜੇ ਕਿਸੇ ਨੇ ਉਸ ਨਾਮ ਦੇ ਨਾਲ ਥੋੜਾ ਪੈਸਾ ਵੀ ਕਮਾਇਆ, ਤੇ ਆਪਾਂ ਸਿਰਫ ਉਸ ਚੀਜ਼ ਨੂੰ ਨਾ ਦੇਖੀਏ, ਆਪਾਂ ਇਹ ਵੀ ਦੇਖੀਏ ਕਿ ਇਹਨੇ ਜ਼ਿੰਦਗੀ 'ਚ ਕਿੰਨਾ ਸੰਘਰਸ਼ ਕੀਤਾ। ਅੱਜ ਮਹਾਮਾਰੀ ਆਈ ਹੈ, ਅੱਜ ਲੱਗਦਾ ਹੈ ਕਿ ਔਕੜ ਆਈ ਹੈ, ਸਾਨੂੰ ਕਿਤੇ ਪਹਿਲਾਂ ਕਿਹੜੀਆਂ ਔਕੜਾਂ ਨਹੀਂ ਆਈਆਂ? ਰੰਗਮੰਚ ਤਾਂ ਔਕੜਾਂ ਨਾਲ ਜੂਝਦਾ ਹੀ ਰਿਹਾ। ਮੈਂ ਖੁਦ ਇਹੋ ਜਿਹੇ ਹਾਲਾਤ ਦੇਖੇ ਹੋਏ ਨੇ ਜਦੋਂ ਸਾਨੂੰ ਐ ਲੱਗਦਾ ਹੁੰਦਾ ਸੀ ਕਿ ਰੰਗਮੰਚ ਵਿੱਚ ਪੈਸਾ ਕਿੱਥੋਂ ਆਏਗਾ, ਅਸੀਂ ਪਰਫਾਰਮੈਂਸ ਲਈ ਪੈਸਾ ਕਿੱਥੋਂ ਜਟਾਵਾਂਗੇ, ਸਰਕਾਰਾਂ ਤਾਂ ਹਮੇਸ਼ਾ ਨਹੀਂ ਨਾ ਦਿੰਦੀਆਂ। ਉਹ ਸੰਘਰਸ਼ਾਂ ਚੋਂ ਨਿਕਲ ਕੇ, ਉਸ ਉਠਾਲੀ ਚੋਂ ਨਿਕਲ ਕੇ ਜੇ ਕੋਈ ਸੀਨੀਅਰ ਆਰਟਿਸਟ ਕਿਤੇ ਪਹੁੰਚਦਾ ਹੈ ਤਾਂ ਹੁੰਦਾ। ਲੇਕਿਨ ਜਿਹੜਾ ਜੂਨੀਅਰ ਆਰਟਿਸਟ ਹੈ, ਜਿਹੜਾ ਹਜੇ ਐਸਟੈਬਲਿਸ਼ ਪੂਰੀ ਤਰ੍ਹਾਂ ਨਹੀਂ ਹੋਇਆ, ਉਹਦੀਆਂ ਮੈਂ ਸਮਝ ਸਕਦਾ ਕਿ ਉਹਦੀਆਂ ਜਿਹੜੀਆਂ ਆਰਥਿਕ ਲੋੜਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ। ਉਹ ਕਿੱਥੇ ਨੂੰ ਜਾਏਗਾ? ਉਹਨੂੰ ਵੀ ਇਹ ਸਮਝਣਾ ਪਏਗਾ ਕਿ ਹਾਲਾਤ ਜਦੋਂ ਟਫ ਨੇ ਤੇ ਹਾਲਾਤ ਸਾਰਿਆਂ ਲਈ ਹੀ ਟਫ ਨੇ। ਇਹ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਰਿਵਾਰ ਦੇ ਸੀਨੀਅਰ ਮੈਂਬਰ, ਪਰਿਵਾਰ ਦੇ ਜੂਨੀਅਰ ਮੈਂਬਰ, ਪਰਿਵਾਰ ਦੇ ਜ਼ਿਆਦਾ ਤਜਰਬੇਕਾਰ ਮੈਂਬਰ, ਘੱਟ ਤਜਰਬੇਕਾਰ ਮੈਂਬਰ ਤੇ ਗੈਰ ਤਜਰਬੇਕਾਰ ਮੈਂਬਰ ਇੱਕ ਦੂਸਰੇ ਨੂੰ ਕੋਆਪਰੇਟ ਕਰਨ, ਇੱਕ ਦੂਸਰੇ ਦੇ ਨਾਲ ਪਰਿਵਾਰ ਬਣਾ ਕੇ ਚੱਲਣ, ਇੱਕ ਫੈਮਿਲੀ ਦੀ ਤਰ੍ਹਾਂ ਰਹਿਣ, ਜਿੱਥੇ ਜਿਹੜਾ ਸੀਨੀਅਰ ਮੈਂਬਰ ਹੈ ਉਹ ਜੂਨੀਅਰਸ ਦੀ ਪਿੱਠ ਥਾਪੜੇ, ਉਹਨਾਂ ਨਾਲ ਕੋਆਪਰੇਟ ਕਰੇ, ਜੇ ਕਿਤੇ ਆਰਥਿਕ ਸਹਿਯੋਗ ਕਰ ਸਕਦਾ ਉਹ ਵੀ ਕਰੇ, ਜੇ ਇਧਰੋਂ ਉਧਰੋਂ ਆਪਣੇ ਰੁਤਬੇ ਦੇ ਹਿਸਾਬ ਨਾਲ, ਆਪਣੀ ਸ਼ਾਖ ਦੇ ਹਿਸਾਬ ਨਾਲ ਕੋਈ ਸਪੋਰਟ ਕਰਵਾ ਸਕਦਾ ਹੈ, ਕੋਈ ਫਾਈਨੈਂਸ਼ੀਅਲ ਏਡ ਕਰਵਾ ਸਕਦਾ ਤਾਂ ਉਹ ਵੀ ਕਰਵਾਵੇ। ਲੇਕਿਨ ਜਿਹੜੇ ਜੂਨੀਅਰਸ ਨੇ ਉਹਨਾਂ ਦਾ ਵੀ ਇੱਕ ਫਰਜ਼ ਬਣਦਾ ਹੈ ਇੱਕ ਰਿਸਪੈਕਟ ਜਿਹੜੇ ਹੈ ਸੀਨੀਅਰ ਆਰਟਿਸਟਾਂ ਪ੍ਰਤੀ ਬਣਾ ਕੇ ਰੱਖਣ। ਕਿਤੇ ਐ ਨਾ ਹੋਵੇ ਕਿ ਆਪਾਂ ਸੀਨੀਅਰ ਜੂਨੀਅਰ ਦੇ ਰੌਲੇ ਦੇ ਵਿੱਚ, ਸੀਨੀਅਰ ਜੂਨੀਅਰ ਦੀ ਇੱਕ ਡਿਮਾਰਕੇਸ਼ਨ ਕਰਦਿਆਂ ਹੋਇਆਂ ਇਸ ਨੂੰ 2 ਗਰੁੱਪਸ ਨਾ ਕ੍ਰੀਏਟ ਕਰ ਲਈਏ। ਮੈਂ ਹਮੇਸ਼ਾ ਇਸ ਗੱਲ ਲਈ ਫਿਕਰਮੰਦ ਰਹਿਣਾ ਤੇ ਮੈਂ ਆਪਣੇ ਸੀਨੀਅਰ ਦੋਸਤਾਂ ਨੂੰ ਵੀ ਹਮੇਸ਼ਾ ਕਹਿਣਾ ਹੁੰਦਾ ਕਿ ਥੋੜਾ ਤਹੰਬਲ ਬਣਾ ਕੇ ਰੱਖੋ। ਜਦੋਂ ਮੁਸ਼ਕਲ ਆਉਂਦੀ ਹੈ ਤਾਂ ਜਿਹੜੇ ਯੰਗ ਲੋਟ ਹੁੰਦੀ ਹੈ ਨੈਚੁਰਲੀ ਉਹ ਛੇਤੀ ਫਰਸਟ੍ਰੇਟ ਹੋ ਜਾਂਦੀ ਹੈ, ਕਿਉਂਕਿ ਉਹਨੇ ਜ਼ਿੰਦਗੀ ਤੇ ਉਹਦੇ ਸੁਪਨੇ ਵੱਡੇ ਹੁੰਦੇ ਆ, ਉਹਦੀਆਂ ਐਂਬੀਸ਼ਨਸ ਵੱਡੀਆਂ ਹੁੰਦੀਆਂ, ਉਹਨੇ ਵੱਡੇ ਵੱਡੇ ਸੁਪਨੇ ਲਏ ਹੁੰਦੇ ਆ। ਉਹਨੂੰ ਇੱਕਦਮ ਲੱਗਦਾ ਕਿ ਸੁਪਨੇ ਤਾਂ ਫਰੀਜ਼ ਹੋ ਗਏ, ਮੇਰੇ ਸੁਪਨੇ ਕਿੱਥੋਂ ਪੂਰੇ ਹੋਣਗੇ। ਪਰ ਉਹਦੀਆਂ ਲੋੜਾਂ ਵੀ ਹਾਲੇ ਸਾਡੇ ਨਾਲੋਂ ਛੋਟੀਆਂ ਨੇ। ਜਿਹੜੇ ਅਸੀਂ ਸੀਨੀਅਰ ਆਰਟਿਸਟ ਹਾਂ, ਸਾਡੀਆਂ ਲੋੜਾਂ ਵੀ ਵੱਧ ਨੇ, ਸਾਡੇ ਖਰਚੇ ਵੀ ਵੱਧ ਨੇ। ਅਸੀਂ ਜ਼ਿੰਦਗੀ ਦੇ ਵਿੱਚ ਪਰਿਵਾਰ ਵੀ ਬਣਾ ਲਏ ਹੋਏ ਨੇ, ਬੱਚੇ ਵੀ ਪੜ੍ਹ ਰਹੇ ਨੇ, ਕਿਸੇ ਦੇ ਬੱਚੇ ਵਿਆਹੇ ਹੋਏ ਨੇ, ਕਿਸੇ ਨੂੰ ਘਰ ਦੀਆਂ ਕਿਸ਼ਤਾਂ ਦੀ ਟੈਨਸ਼ਨ ਹੈ, ਕਿਸੇ ਨੂੰ ਕੁਛ ਨੇ। ਸੋ ਹੈ ਜਿਹੜਾ ਯੰਗ ਹੈ ਉਹਨੂੰ ਹੋ ਸਕਦਾ ਹਾਲੇ ਉਹਦੀ ਆਰਥਿਕ ਲੋੜਾਂ ਵੀ ਥੋੜੀਆਂ ਹੋਣ, ਲੇਕਿਨ ਉਹਦੀਆਂ ਜਦੋਂ ਥੋੜੀਆਂ ਵੀ ਪੂਰੀਆਂ ਨਹੀਂ ਨਾ ਹੁੰਦੀਆਂ, ਉਦੋਂ ਫਿਰ ਉਹ ਸਮੱਸਿਆ ਦਾ ਸ਼ਿਕਾਰ ਹੁੰਦਾ ਤੇ ਉੱਥੇ ਉਂਗਲ ਫਿਰ ਨਾ ਫਿਰ ਸਿਸਟਮ ਤੇ ਆਉਂਦੀ ਹੈ ਕਿ ਉਹ ਸਿਸਟਮ ਜਿਹੜਾ ਰੰਗ ਕਰਮੀਆਂ ਨੂੰ 26 ਜਨਵਰੀ ਨੂੰ ਤਾਂ ਇਸਤੇਮਾਲ ਕਰ ਲੈਂਦਾ, 15 ਅਗਸਤ ਨੂੰ ਇਸਤੇਮਾਲ ਕਰ ਲੈਂਦਾ ਹੈ, ਕਿਸੇ ਰੰਗਕਰਮੀ ਨੂੰ ਕਿਸੇ ਸਕੂਲ 'ਚ ਸੱਦ ਲੈਂਦਾ ਕਿ ਤੂੰ ਇਹ ਬੱਚਿਆਂ ਨੂੰ, ਇੱਥੇ ਮੇਰੇ ਕੋਲ 500 ਬੱਚਾ ਹੈਗਾ ਜੀ, ਅਸੀਂ 26 ਜਨਵਰੀ ਨੂੰ ਇਹਨਾਂ ਦਾ ਕੁਝ ਝਾਕੀ ਕੱਢਣੀ ਹੈ, ਤੁਸੀਂ ਹੈਲਪ ਆਊਟ ਕਰ ਦਿਓ। ਤੇ ਰੰਗਕਰਮੀ ਉੱਥੇ ਜਾ ਕੇ ਕਰਦਾ ਹੈ 15 ਅਗਸਤ ਨੂੰ, 26 ਜਨਵਰੀ ਨੂੰ, ਜਾਂ ਹੋਰ ਕਿੰਨੇ ਫੰਕਸ਼ਨਸ ਹੁੰਦੇ ਨੇ ਉਹਨਾਂ ਵਿੱਚ ਥੀਏਟਰ ਵਾਲੇ ਹੈਲਪ ਕਰਦੇ ਨੇ। ਉਦੋਂ ਤਾਂ ਥੀਏਟਰ ਵਾਲਾ ਨਜ਼ਰ ਆਉਂਦਾ ਸੀ, ਜੇ ਅੱਜ ਵਾਲ ਥੀਏਟਰ ਵਾਲਾ ਤਕਲੀਫ 'ਚ ਹੈ ਉਦੋਂ ਹੁਣ ਉਹ ਕਿੱਥੇ ਗਏ? ਹੁਣ ਉਹ ਕਿਉਂ ਨਹੀਂ ਥੀਏਟਰ ਵਾਲਿਆਂ ਦੇ ਨਾਲ, ਕਿਉਂ ਨਹੀਂ ਰੰਗਮੰਚ ਵਾਲਿਆਂ ਦੇ ਨਾਲ, ਕਿਉਂ ਨਹੀਂ ਖੜਦੇ, ਕਿਉਂ ਨਹੀਂ ਆ ਕੇ ਪੁੱਛਦੇ ਕਿ ਤੁਹਾਡੀ ਕੋਈ ਮੁਸ਼ਕਲ ਹੈ, ਜੋ ਮੁਸ਼ਕਲ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ, ਦੱਸੋ ਤੁਹਾਡੀ ਕੀ ਮੁਸ਼ਕਲ ਹੈ। ਪਰ ਉਹ ਨਹੀਂ ਖੜੇ। ਦੇਖੋ ਇੱਥੇ ਚੰਡੀਗੜ੍ਹ ਦੇ ਵਿੱਚ ਟਰਾਈ ਸਿਟੀ
ਆਰਟਿਸਟਾਂ ਦੀ ਇੱਕ ਐਸੋਸੀਏਸ਼ਨ ਬਣੀ, ਇੱਕ ਗਰੁੱਪ ਬਣਿਆ, ਉਹਨਾਂ ਨੇ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ, ਅਸੀਂ ਨਾਲ, ਮਤਲਬ ਮੈਂ ਵੀ ਨਾਲ, ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ। ਕੋਸ਼ਿਸ਼ਾਂ ਦੇ ਵਿੱਚ ਪਤਾ ਮੈਨੂੰ ਇਹ ਸੀ, ਪਤਾ ਸੀਗਾ ਸਾਨੂੰ ਸ਼ੁਰੂ ਤੋਂ ਕਿ ਸੱਤਾ ਜਿਹੜੀ ਹੁੰਦੀ ਹੈ ਬੜੀ ਨਿਰਮੋਹੀ ਹੁੰਦੀ ਹੈ, ਸਿਸਟਮ ਬਹੁਤ ਨਿਰਮੋਹਾ ਹੁੰਦਾ, ਜ਼ਾਲਿਮ ਹੁੰਦਾ ਬਹੁਤ, ਹੈ ਨਾ। ਉਹ ਤਾਂ ਪਹਿਲਾਂ ਹੀ ਅਸੀਂ ਉਹਦੀ ਅੱਖ ਤਾਂ ਪਹਿਲਾਂ ਹੀ ਰੜਕਦੇ ਹਾਂ, ਸਿਸਟਮ ਦੀ ਅੱਖਾਂ 'ਚ ਤਾਂ ਅਸੀਂ ਹਮੇਸ਼ਾ ਰੜਕਦੇ ਹਾਂ, ਕਿਉਂਕਿ ਅਸੀਂ ਸਿਸਟਮ ਦੇ ਪਾਸ ਉਧੇੜਦੇ ਹਾਂ ਨਾ। ਪਰ ਸਾਨੂੰ ਅਸੀਂ ਇੱਕ ਵਾਰੀ ਟਰਾਈ ਤਾਂ ਕਰੀਏ, ਇੱਕ ਵਾਰੀ ਇਹ ਤਾਂ ਸਨਦ ਰਹੇ ਕਿ ਹਾਂ ਅਸੀਂ ਆਵਾਜ਼ ਮਾਰੀ ਸੀ, ਅਸੀਂ ਤੁਹਾਨੂੰ ਪੁੱਛਿਆ ਸੀ, ਤੁਹਾਨੂੰ ਬੁਲਾਇਆ ਸੀ ਕਿ ਦੱਸੋ ਤੁਸੀਂ ਕੀ ਕਰ ਸਕਦੇ, ਪਰ ਕਿਸੇ ਨੇ ਕੁਝ ਨਹੀਂ ਕੀਤਾ। ਕਿਸੇ ਮਿਨਿਸਟਰੀ ਆਫ ਕਲਚਰ ਨੇ ਕੁਝ ਨਹੀਂ ਕੀਤਾ, ਕਿਸੇ ਕਲਚਰਲ ਆਰਗੇਨਾਈਜੇਸ਼ਨ ਨੇ ਕੁਝ ਨਹੀਂ ਕੀਤਾ, ਨਹੀਂ ਕਰ ਸਕੇ। ਕਾਨੂੰਨ ਹੀ ਇਹੋ ਜਿਹਾ, ਸੰਵਿਧਾਨ ਹੀ ਇਹੋ ਜਿਹੇ ਬਣੇ ਹੋਏ ਨੇ, ਜਿਨ੍ਹਾਂ ਸੰਵਿਧਾਨ ਦੇ ਚਲਦੇ ਹੋਏ ਜੇ ਕੋਈ ਚਾਹੇ ਵੀ ਤਾਂ ਮੈਨੂੰ ਲੱਗਦਾ ਕਰ ਹੀ ਨਹੀਂ ਸਕਦਾ, ਜਾਣਬੁੱਝ ਕੇ ਬਣਾਏ ਹੋਏ ਨੇ ਇਹੋ ਜਿਹਾ ਸੰਵਿਧਾਨ। ਸੋ ਨਾਲ ਕੋਈ ਨਹੀਂ ਖੜਿਆ, ਨਾਲ ਕੌਣ ਖੜਿਆ, ਨਾਲ ਫਿਰ ਲੋਕ ਹੀ ਖੜੇ ਨੇ, ਜਿਨ੍ਹਾਂ ਲੋਕਾਂ ਨੂੰ ਕਲਾ ਨਾਲ ਪ੍ਰੇਮ ਹੈ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕੁਝ ਆਰਟਿਸਟ ਜਿਹੜੇ ਹੈਗੇ ਨੇ ਉਹ ਇਸ ਵੇਲੇ ਰੋਟੀ ਤੋਂ ਵੀ ਤੰਗ ਨੇ, ਜਾਂ ਉਹਨਾਂ ਦੀ ਆਰਥਿਕ ਸਮੱਸਿਆ ਬਹੁਤ ਹੈ, ਉਹ ਨਾਲ ਖੜੇ ਨੇ। ਕਿਸੇ ਨੇ 2000, ਕਿਸੇ ਨੇ 5000, ਕਿਸੇ ਨੇ 10,000 ਮਦਦ ਕੀਤੀ ਹੈ। ਮਤਲਬ ਇਹ ਵੀ ਇੱਕ ਭਾਈਚਾਰਾ ਹੈ, ਰੰਗਕਰਮੀਆਂ ਦਾ ਵੀ ਇੱਕ ਆਪਣਾ ਭਾਈਚਾਰਾ ਹੈ। ਸੋ ਭਾਈਚਾਰੇ ਦੇ ਵਿੱਚ ਸਪੋਰਟ ਹੋ ਰਹੀ ਹੈ, ਔਰ ਉਹ ਹੁੰਦੀ ਰਹੇਗੀ। ਔਰ ਮੈਨੂੰ ਵਿਸ਼ਵਾਸ ਹੈ ਕਿ ਇੰਨਾ ਪਿਆਰਾ ਭਾਈਚਾਰਾ ਹੈ, ਇੱਕ ਮੁਹੱਬਤੀ ਭਾਈਚਾਰਾ ਹੈ, ਜਿਹੜਾ ਜ਼ਿੰਦਗੀ ਦੀ ਬਾਤ ਪਾਉਂਦਾ। ਇੱਥੇ ਅਸੀਂ ਮਰਨ ਨਹੀਂ ਦਿਆਂਗੇ ਕਿਸੇ ਨੂੰ, ਹਾਂ ਤਕਲੀਫ 'ਚ ਰਹਾਂਗੇ, ਤਕਲੀਫ ਤਾਂ ਰਹੇਗੀ ਉਦੋਂ ਤੱਕ, ਕਿਉਂਕਿ ਸਾਡਾ ਸੋਰਸ ਆਫ ਜਿਹੜਾ ਇਨਕਮ ਹੈ ਉਹ ਟੋਟਲੀ ਖਤਮ ਹੈ। ਇਹ ਕਿੰਨਾ ਲੰਬਾ ਚੱਲਦਾ ਹੈ ਇਹ ਸਾਨੂੰ ਵੀ ਨਹੀਂ ਪਤਾ, ਪਰ ਸਾਨੂੰ ਬਹੁਤ ਤਹੱਮਲ ਨਾਲ, ਬੜੇ ਸਹਿਜ ਨਾਲ ਚੱਲਣਾ ਪਏਗਾ, ਤਾਂ ਕਿ ਜਦੋਂ ਸਭ ਕੁਝ ਖੁੱਲੇ ਉਦੋਂ ਅਸੀਂ ਆਪਣੀ ਪੂਰੀ ਤਾਕਤ ਦੇ ਨਾਲ ਤਿਆਰ ਹੋਈਏ ਇੱਕਦਮ ਥੀਏਟਰ ਕਰਨ ਲਈ। ਇਹ ਨਾ ਹੋਵੇ ਕਿ ਅਸੀਂ ਨਿਰਾਸ਼ ਹੋ ਜਾਈਏ। ਸਾਹਿਬ, ਹਰ ਇੰਡਸਟਰੀ 'ਚ ਨੈਪੋਟਿਜ਼ਮ ਹੈ, ਖਾਸ ਕਰ ਬਾਲੀਵੁੱਡ ਵਿੱਚ। ਜਿੱਦਾਂ ਹਾਲ ਹੀ ਜਿਹੜਾ ਇੰਸੀਡੈਂਟ ਹੋਇਆ, ਕਾਫੀ ਬੜੀ ਟ੍ਰੈਜੇਡੀ ਹੋਈ ਹੈ ਬਾਲੀਵੁੱਡ, ਸੁਸ਼ਾਂਤ ਸਿੰਘ ਰਾਜਪੂਤ। ਤੇ ਅਗਰ ਟੀਵੀ ਇੰਡਸਟਰੀ 'ਚ ਵੀ ਨੈਪੋਟਿਜ਼ਮ ਹੈ, ਹਰ ਇੰਡਸਟਰੀ 'ਚ ਨੈਪੋਟਿਜ਼ਮ ਹੈ, ਕਿਤੇ ਨਾ ਕਿਤੇ ਲੱਗਦਾ ਕਿ ਥੀਏਟਰ 'ਚ ਵੀ ਇਹ ਚੀਜ਼ ਹੈਗੀ ਹੈ। ਜੇ ਤੁਸੀਂ ਗਰੁੱਪਸ ਦੀ ਗੱਲ ਕੀਤੀ, ਨੈਪੋਟਿਜ਼ਮ ਥੀਏਟਰ ਵਿੱਚ ਵੀ ਹੈ, ਜਾਂ ਥੀਏਟਰ ਅਜਿਹਾ ਮੀਡੀਅਮ ਹੈ ਜਿਹਦੇ ਵਿੱਚ ਨੈਪੋਟਿਜ਼ਮ ਨਹੀਂ ਹੈ? ਨਹੀਂ, ਰੰਗਮੰਚ ਵਿੱਚ ਕੋਈ ਨੈਪੋਟਿਜ਼ਮ ਨਹੀਂ ਹੈ। ਮੈਂ ਨਹੀਂ ਸਮਝਦਾ, ਮੈਂ ਨਹੀਂ ਦੇਖਿਆ ਰੰਗਮੰਚ ਵਿੱਚ ਕੋਈ ਨੈਪੋਟਿਜ਼ਮ ਹੋਵੇ। ਹਾਂ, ਫੇਵਰਿਟਿਜ਼ਮ ਹਰ ਜਗ੍ਹਾ ਹੁੰਦਾ ਹੈ। ਨੈਪੋਟਿਜ਼ਮ ਤੇ ਫੇਵਰਿਟਿਜ਼ਮ ਦੋ ਚੀਜ਼ਾਂ 'ਚ ਫਰਕ ਹੈ। ਫੇਵਰਿਟਿਜ਼ਮ ਹੈਗਾ, ਅਸਲ ਦੇ ਵਿੱਚ ਮੁਖਾਲਫਤ ਫੇਵਰਿਟਿਜ਼ਮ ਦੀ ਹੋਣੀ ਚਾਹੀਦੀ ਹੈ। ਕਿਉਂਕਿ ਹੁਣ ਦੇਖੋ, ਮੈਂ ਰੰਗਮੰਚ ਦਾ ਐਸਟੈਬਲਿਸ਼ਡ ਇੱਕ ਡਾਇਰੈਕਟਰ ਹਾਂ। ਜੇ ਮੇਰੀ ਬੇਟੀ ਥੀਏਟਰ ਕਰਦੀ ਹੈ, ਜੇ ਮੈਂ ਆਪਣੀ ਬੇਟੀ ਤੋਂ ਕੋਈ ਥੀਏਟਰ ਕਰਾਣਾ, ਤਾਂ ਇਹਨੂੰ ਨੈਪੋਟਿਜ਼ਮ ਤਾਂ ਨਹੀਂ ਕਹੋਗੇ ਨਾ ਤੁਸੀਂ। ਜੇ ਉਹ ਟੈਲੈਂਟਡ ਹੈ, ਜੇ ਉਹ ਡਿਜ਼ਰਵ ਕਰਦੀ ਹੈ, ਜੇ ਉਹ ਐਕਟ ਕਰ ਸਕਦੀ, ਜਾਂ ਕਿਸੇ ਦਾ ਬੇਟਾ ਅਗਰ ਟੈਲੈਂਟਡ ਹੈਗਾ, ਅਗਰ ਉਸੀ ਇੱਕ ਬਾਪ ਉਹਨੂੰ ਪ੍ਰਮੋਟ ਕਰਦਾ, ਇੱਕ ਬਿਜ਼ਨਸਮੈਨ ਵੀ ਤਾਂ ਆਪਣੇ ਬੇਟੇ ਨੂੰ, ਬੇਟੀ ਨੂੰ ਪ੍ਰਮੋਟ ਕਰਦਾ ਹੈ ਨਾ। ਉਹ ਕਹਿੰਦਾ ਨਾ ਮੇਰਾ ਬਿਜ਼ਨਸ ਹੈ, ਲੈ ਸੰਭਾਲ ਲੈ। ਤੇ ਜਿਹੜੇ ਅਸੀਂ ਆਰਟਿਸਟ ਹੈ ਨਾ, ਵੀ ਸਾਡਾ ਪਰਿਵਾਰ ਵੀ, ਸਾਡੀ ਜਿਹੜੀ ਅਸੀਂ ਜਿਹੜੀ ਪਰੰਪਰਾ ਕਾਇਮ ਕੀਤੀ ਹੈ ਉਹਨੂੰ ਅੱਗੇ ਕਾਇਮ ਰੱਖੇ। ਸਾਡੀ ਲੈਗੇਸੀ ਨੂੰ ਕੌਣ ਸੰਭਾਲੇ? ਹਰ ਇੱਕ ਬੰਦਾ ਚਾਹੁੰਦਾ, ਹਰ ਇੱਕ ਬੰਦਾ ਚਾਹੁੰਦਾ ਕਿ ਮੇਰੀ ਲੈਗੇਸੀ ਜਿਹੜੀ ਮੈਂ ਕ੍ਰੀਏਟ ਕੀਤੀ ਹੈ, ਕੋਈ 40-50 ਸਾਲ ਕੰਮ ਕਰਕੇ ਉਹਨੂੰ ਕੋਈ ਕਰੇ। ਲੇਕਿਨ ਇਹਦੇ ਵਿੱਚ ਫੇਵਰਿਟਿਜ਼ਮ ਨਹੀਂ ਹੋਣਾ ਚਾਹੀਦਾ ਕਿ ਜੇ ਟੈਲੈਂਟਡ ਨਹੀਂ ਹੈ। ਸਮਝੇ ਮੇਰੀ ਗੱਲ? ਪੁਆਇੰਟ ਇਹ ਹੈ ਅਸਲ ਦੇ ਵਿੱਚ, ਜੇ ਤੁਹਾਡਾ ਬੱਚਾ, ਤੁਹਾਨੂੰ ਪਤਾ ਹੈ ਕਿ ਠੀਕ ਹੈ ਤੁਸੀਂ ਥੀਏਟਰ ਦੇ ਬੰਦੇ ਹੋ ਜਾਂ ਤੁਸੀਂ ਫਿਲਮ ਡਾਇਰੈਕਟਰ ਹੋ, ਪਰ ਤੁਹਾਡਾ ਬੇਟਾ ਨਹੀਂ ਹੈ ਗੁੱਡ ਆਰਟਿਸਟ, ਤੁਹਾਡਾ ਬੱਚਾ ਆਰਟਿਸਟ ਗੁੱਡ ਨਹੀਂ ਹੈ, ਫਿਰ ਵੀ ਤੁਸੀਂ ਉਹਨੂੰ ਤੱਕੀ ਜਾ ਰਹੇ ਹੋ, ਉਹਨੂੰ ਪੁਸ਼ ਕਰੀ ਜਾ ਰਹੇ ਹੋ। ਦਿਸ ਇਜ਼ ਕਾਲਡ ਫੇਵਰਿਟਿਜ਼ਮ। ਤੁਸੀਂ ਪੱਖਪਾਤ ਕਰ ਰਹੇ ਹੋ, ਹੈ ਨਾ। ਔਰ ਉਹ ਮਾੜਾ, ਉਹ ਆਰਟ ਲਈ ਵੀ ਮਾੜਾ, ਉਹ ਉਹਨਾਂ ਆਰਟਿਸਟਾਂ ਲਈ ਵੀ ਮਾੜਾ ਜਿਹੜੇ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਨੇ ਔਰ ਡਿਜ਼ਰਵ ਕਰਦੇ ਨੇ ਔਰ ਟੈਲੈਂਟਡ ਨੇ। ਠੀਕ ਹੈ ਨਾ। ਸੋ ਨੈਪੋਟਿਜ਼ਮ ਤੇ ਫੇਵਰਿਟਿਜ਼ਮ, ਪੱਖਪਾਤ ਜਿਹੜਾ ਹੈਗਾ ਉਹ ਇੱਕ ਅਲੱਗ ਚੀਜ਼ ਹੈ। ਪੱਖਪਾਤ ਦਾ ਵਿਰੋਧ ਹੋਣਾ ਚਾਹੀਦਾ, ਉਹ ਕਿਉਂਕਿ ਕਲਾ ਲਈ ਵੀ ਖਤਰਨਾਕ ਹੈ। ਜਿੱਥੇ ਕਿਤੇ ਹੋਏਗਾ, ਹੈਗਾ ਨੇ। ਰੰਗਮੰਚ ਵੀ ਸਮਾਜ ਦਾ ਹਿੱਸਾ ਹੈ, ਪਰ ਮੈਂ ਜਿੰਨਾ ਮੇਰਾ ਰੰਗਮੰਚ ਦਾ 32-33 ਸਾਲ ਦਾ ਤਜਰਬਾ ਹੈ, ਮੈਂ ਇਹਦੇ ਵਿੱਚ ਕਿਤੇ ਐ ਨਹੀਂ ਦੇਖਿਆ ਕਿ ਬਹੁਤ ਕੋਈ ਐਸਾ ਖਾਨਦਾਨ ਨਹੀਂ ਦੇਖਿਆ ਰੰਗਮੰਚ ਦੇ ਵਿੱਚ ਜਿੱਥੇ ਖਾਨਦਾਨੀ ਪਰੰਪਰਾ ਚੱਲ ਰਹੀ ਹੋਵੇ ਕਿ ਜੀ ਦਾਦਾ ਵੀ ਸੀ ਤੇ ਗਾਂ ਪਿਓ ਵੀ ਸੀ ਤੇ ਗਾਂ ਪੁੱਤ ਵੀ ਸੀ, ਗਾਂ ਪੋਤੇ ਵੀ ਸੀਗੇ, ਤੇ ਹੈਗੇ ਸਾਰੇ ਠੀਕ ਨਹੀਂ ਸੀਗੇ। ਐਦਾਂ ਨਹੀਂ ਮੈਂ ਦੇਖਿਆ, ਹਨਾ। ਕਦੇ ਕਦੇ ਕੋਈ ਐਗਜ਼ਾਮਪਲ ਹੁੰਦੀ ਹੈ, ਨੈਚੁਰਲੀ ਅਸੀਂ ਵੀ ਸਮਾਜ ਦਾ ਹਿੱਸਾ ਆ, ਤੇ ਜੇ ਸਮਾਜ ਕੁਝ ਚੰਗਿਆਈਆਂ ਨੇ ਤੇ ਉਹ ਚੰਗਿਆਈਆਂ ਅਸੀਂ ਵੀ ਓਨ ਕਰਦੇ ਹਾਂ। ਜੇ ਸਮਾਜ ਕੁਝ ਬੁਰਾਈ ਹੈ, ਉਸ ਬੁਰਾਈ, ਫਿਰ ਅਸੀਂ ਵੀ ਉਸ ਬੁਰਾਈ ਦਾ ਹਿੱਸਾ ਹੈਗੇ ਹਾਂ ਨਾ। ਅਸੀਂ ਵੀ ਟੂ ਐਰੇਜ਼ ਹਿਊਮਨ, ਅਸੀਂ ਵੀ ਇਨਸਾਨ ਹਾਂ, ਸਾਡੇ ਵਿੱਚ ਵੀ ਉਹ ਜਿਹੀਆਂ ਲਾਲਸਾਵਾਂ ਰਹਿਣਗੀਆਂ, ਇੱਛਾਵਾਂ ਰਹਿਣਗੀਆਂ। ਪਰ ਰੰਗਮੰਚ ਬਾਕੀ ਸਾਰੀਆਂ ਜਿਹੜੀਆਂ ਵਿਧਾਵਾਂ ਨੇ ਜਾਂ ਬਾਕੀ ਸਾਰੇ ਸਮਾਜ ਦੇ ਜਿਹੜੇ ਪੱਖ ਨੇ ਉਹਨਾਂ ਤੋਂ ਵੱਖਰਾ ਹੈ, ਜ਼ਿੰਦਗੀ ਦੇ ਨੇੜੇ ਹੋ ਕੇ ਚੱਲਦਾ ਹੈ। ਇਹ ਜ਼ਿੰਦਗੀ ਤੋਂ ਦੂਰ ਹੋ ਕੇ ਚੱਲ ਨਹੀਂ ਸਕਦਾ। ਤੇ ਜਿਸ ਤਰ੍ਹਾਂ ਦੀ ਜ਼ਿੰਦਗੀ ਨੂੰ ਇਹ ਪੇਸ਼ ਕਰਦਾ ਹੈ ਰੰਗਮੰਚ ਦੇ ਉੱਤੇ, ਜੇ ਤੁਹਾਡੇ ਕੋਲ 100% ਪਰਫੈਕਟ ਆਰਟਿਸਟ ਨਹੀਂ ਹੈ ਤੇ ਘੱਟੋ ਘੱਟ 70% ਪਰਫੈਕਟ ਆਰਟਿਸਟ ਤਾਂ ਤੁਹਾਨੂੰ ਸਟੇਜ ਤੇ ਲਿਆਉਣਾ ਹੀ ਪਏਗਾ, ਤਾਂ ਹੀ ਤੁਸੀਂ ਪਰਫਾਰਮ ਕਰ ਸਕੋਗੇ, ਤਾਂ ਹੀ ਤੁਹਾਡੇ ਦਰਸ਼ਕ
ਤੁਹਾਡੇ ਨਾਲ ਜੁੜੇ ਰਹਿ ਸਕਣਗੇ। ਅਗਰ ਤੁਸੀਂ 20% ਵਾਲਾ ਆਰਟਿਸਟ ਸਟੇਜ ਤੇ ਜਾ ਕੇ ਪ੍ਰੈਜ਼ੈਂਟ ਕਰ ਦੋਗੇ, ਇੱਕ ਵਾਰੀ ਕਰ ਦੋਗੇ, ਡੇਢ ਵਾਰੀ ਕਰ ਦੋਗੇ, ਦੂਜੀ ਵਾਰੀ ਕਿਸੇ ਨੇ ਨਹੀਂ ਦੇਖਣਾ, ਤੁਹਾਡਾ ਥੀਏਟਰ ਨਹੀਂ ਦੇਖਣ ਆਉਣਾ, ਲੋਕੀ ਰਿਜੈਕਟ ਕਰ ਦਿੰਦੇ ਆ, ਕਿਉਂਕਿ ਇਹ ਸਿੱਧਾ ਸੰਪਰਕ ਲੋਕਾਂ ਦੇ ਨਾਲ ਹੈ। ਇਹ ਫਿਲਮ ਨਹੀਂ ਹੈ ਵੀ ਬਾਅਦ ਚ ਹਿੱਟ ਹੋਏਗੀ ਜਾਂ ਫਲॉप ਹੋਏਗੀ। ਇੱਥੇ ਤਾਂ ਦਰਸ਼ਕ ਨੇ ਉਸੇ ਵੇਲੇ ਤੁਹਾਨੂੰ ਪ੍ਰਤੀਕਰਮ ਦੇ ਦੇਣਾ, ਜਾਂ ਤਾਂ ਉਹਨੇ ਤੁਹਾਨੂੰ ਜੱਫੀਆਂ ਪਾ ਕੇ ਜਾਣਾ, ਸ਼ਾਬਾਸ਼ ਦੇ ਕੇ ਜਾਣਾ, ਜਾਂ ਉਹਨੇ ਮੂੰਹ ਪਵਾ ਕੇ ਚਲੇ ਜਾਣਾ, ਜਾਂ ਕੁਛ ਇਹੋ ਜਿਹੀ ਵੀ ਹੁੰਦੀ ਜਿਨ੍ਹਾਂ ਨੇ ਕਹਿ ਵੀ ਦੇਣਾ ਕਿ ਇਹ ਕੀ ਸੀ ਭਾਈ। ਸੋ ਰੰਗਮੰਚ ਦੇ ਵਿੱਚ ਇਹ ਪੋਸੀਬਲ ਨਹੀਂ ਹੈ, ਇਸ ਤਰ੍ਹਾਂ ਦਾ ਨੈਪੋਟਿਜ਼ਮ ਰੰਗਮੰਚ ਵਿੱਚ ਸੰਭਵ ਨਹੀਂ ਹੈ। ਯੂਥ ਨੂੰ ਸਹੀ ਸਮਝ ਕਿੰਨੀ ਕੀ ਹੈ ਥੀਏਟਰ, ਕਿਉਂਕਿ ਕੁਝ ਲੋਕਾਂ ਲਈ ਥੀਏਟਰ ਏਦਾਂ ਕਿ ਉਹ ਆਏ ਐਂਟਰਟੇਨਮੈਂਟ ਕਰਕੇ ਆਪਣਾ ਚਲੇ ਗਏ, ਬਾਅਦ ਵਿੱਚ ਉਹਨੂੰ ਪੁੱਛਿਆ ਕਿ ਕੀ ਸੀਗਾ, ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਕਿਉਂਕਿ ਨੌਲੇਜ ਨਹੀਂ ਹੁੰਦੀ। ਕਈਆਂ ਨੂੰ ਏਦਾਂ ਹੁੰਦਾ ਕਿ ਉਹਨਾਂ ਲਈ ਥੀਏਟਰ ਟਾਈਮ ਪਾਸ ਹੈ, ਉਹ ਪਲੇ 'ਚ ਆਏ ਬੈਠੇ ਆਪਣੇ, ਕੁਝ ਲੋਕ ਫੋਨ 'ਚ ਲੱਗ ਰਹੇ ਨੇ, ਫੋਨ 'ਚ ਸੋਸ਼ਲ ਮੀਡੀਆ ਦੇਖ ਰਹੇ ਨੇ, ਪਲੇ ਚੱਲ ਰਿਹਾ ਹੈ, ਉਹਨਾਂ ਬਾਰੇ ਵਿਊਜ਼ ਕੀ ਨੇ ਕਿ ਉਹ ਆਪਣਾ ਟਾਈਮ ਵੇਸਟ ਕਰ ਰਹੇ ਨੇ, ਕਿਉਂਕਿ ਥੀਏਟਰ ਨੂੰ ਉਹੀ ਬੰਦਾ ਦੇਖ ਸਕਦਾ ਜਿਹਨੂੰ ਸਹੀ ਸਮਝ ਹੋਵੇ, ਅੰਡਰਸਟੈਂਡਿੰਗ ਹੋਵੇ, ਕਿਉਂਕਿ ਉਹਨਾਂ ਲਈ ਥੀਏਟਰ ਸਿਰਫ ਟਾਈਮ ਪਾਸ ਆ। ਉਹ ਆਏ, ਫੋਨ ਚਲਾਇਆ, ਦੈਨ ਬਾਹਰ ਚਲੇ ਗਏ ਥੀਏਟਰ ਤੋਂ। ਇਹ ਬਹੁਤ ਮਹੱਤਵਪੂਰਨ ਸਵਾਲ ਹੈ। ਇਹ ਤੁਸੀਂ ਦੇਖੋ, ਇਹ ਤੁਸੀਂ ਕਰ ਰਹੇ ਹੋ ਰੰਗਕਰਮੀਆਂ ਬਾਰੇ ਸਵਾਲ, ਮਤਲਬ ਦਰਸ਼ਕ ਬਾਰੇ ਤਾਂ ਨਹੀਂ ਸਵਾਲ ਕਰ ਰਹੇ, ਰੰਗਕਰਮੀਆਂ ਬਾਰੇ ਕਰ ਰਹੇ ਹੋ ਨਾ। ਮੈਂ ਹਮੇਸ਼ਾ ਇਹ ਮਤਲਬ ਮੇਰੀ ਬਹੁਤ ਪ੍ਰਬਲ ਇੱਛਾ ਹੈ, ਹਮੇਸ਼ਾ ਰਹੀ ਹੈ ਕਿ ਜਿਹੜਾ ਰੰਗਕਰਮੀ ਹੈ ਉਹਨੂੰ ਬਹੁਤ ਪੜ੍ਹਨਾ ਚਾਹੀਦਾ, ਉਹਨੂੰ ਜ਼ਿੰਦਗੀ ਨੂੰ ਵੀ ਪੜ੍ਹਨਾ ਚਾਹੀਦਾ, ਉਹਨੂੰ ਕਿਤਾਬਾਂ, ਉਹਨੂੰ ਲਿਟਰੇਚਰ ਪੜ੍ਹਨਾ ਚਾਹੀਦਾ, ਉਹਨੂੰ ਆਲੇ ਦੁਆਲੇ ਦੇ ਸਮਾਜ ਨੂੰ ਪੜ੍ਹਨਾ ਚਾਹੀਦਾ, ਉਹਨੂੰ ਰਾਜਨੀਤੀ ਦੀ ਵੀ ਸਮਝ ਹੋਣੀ ਚਾਹੀਦੀ ਹੈ, ਉਹਨੂੰ ਆਰਥਿਕ ਜਿਹੜਾ ਸਿਸਟਮ ਆਲੇ ਦੁਆਲੇ ਉਹਦੀ ਵੀ ਸਮਝ ਹੋਣੀ ਚਾਹੀਦੀ ਹੈ, ਉਹਨੂੰ ਸੋਸ਼ਲ ਸਿਸਟਮ ਦੀ ਵੀ ਸਮਝ ਹੋਣੀ ਚਾਹੀਦੀ, ਉਹਨੂੰ ਰਿਲੀਜੀਅਸ ਜੋ ਸਿਸਟਮ ਹੈ ਉਹਦੇ ਵਿੱਚ ਜੋ ਵੀ ਵਿਗਾੜ ਜਾਂ ਜੋ ਕੰਪਲਿਕੇਸ਼ਨਸ ਨੇ ਉਹਨੂੰ ਸਮਝ ਹੋਣੀ ਚਾਹੀਦੀ ਹੈ। ਹਾਂ, ਸਮਝ ਦਾ ਲੈਵਲ ਅਲੱਗ-ਅਲੱਗ ਹੋ ਸਕਦਾ ਕਿ ਘੱਟੋ ਘੱਟ ਬੇਸਿਕ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ। ਜੇ ਤੁਹਾਨੂੰ ਬੇਸਿਕ ਵੀ ਨਹੀਂ ਪਤਾ, ਤੁਸੀਂ ਸਿਰਫ ਥੀਏਟਰ ਦੇ ਵਿੱਚ ਵਾਹ-ਵਾਹੀ ਖੱਟਣ ਆਏ ਹੋ, ਫਿਰ ਤੁਸੀਂ ਆਏ ਹੋ ਕਿ ਹਾਂ ਮੈਂ ਇੱਕ ਨਾਟਕ ਕਰਨਾ, ਡਾਇਲੌਗ ਯਾਦ ਕੀਤੇ, ਥੋੜਾ ਜਿਹਾ ਡਾਇਰੈਕਟਰ ਤੋਂ ਪੁੱਛਿਆ, ਇੱਧਰ ਬੈਠੇ ਉੱਧਰ ਬੈਠੇ ਤੇ ਚਲੇ ਗਏ, ਲੋਕਾਂ ਦੀ ਵਾਹ-ਵਾਹ ਮਿਲ ਗਈ, ਅਖਬਾਰ 'ਚ 2 ਕਟਿੰਗਸ ਆ ਗਈਆਂ, ਗੱਲ ਖਤਮ ਹੋਈ। ਫਿਰ ਤੁਸੀਂ ਲੰਬੀ ਰੇਸ ਦੇ ਘੋੜੇ ਨਹੀਂ ਬਣ ਸਕਦੇ। ਤੁਸੀਂ ਮੈਂ ਪੰਜਾਬੀ ਰੰਗਮੰਚ ਦੀ ਅਗਰ ਗੱਲ ਕਰਾਂ, ਪੰਜਾਬੀ ਰੰਗਮੰਚ ਤਾਂ ਤੁਸੀਂ ਇਤਿਹਾਸ ਚੁੱਕ ਕੇ ਦੇਖ ਲਓ ਕਿ ਲੰਬੇ ਕੌਣ ਚੱਲੇ ਨੇ, 30-30, 35-35, 40-40, 50-50 ਸਾਲ ਰੰਗਮੰਚ ਦੇ ਨਾਲ ਕੌਣ ਜੁੜੇ ਰਹੇ ਨੇ? ਉਹੀ ਜਿਨ੍ਹਾਂ ਨੇ ਪ੍ਰਤੀਬੱਧਤਾ ਦਿਖਾਈ, ਜਿਨ੍ਹਾਂ ਨੇ ਆਪਣੇ ਆਪ ਨੂੰ ਅਪਡੇਟ ਕੀਤਾ। ਜੇ ਅੱਜ ਸਾਹਿਬ ਸਿੰਘ 1988 ਦੇ ਵਿੱਚ ਥੀਏਟਰ ਸ਼ੁਰੂ ਕਰਦਾ ਹੈ, ਤੇ ਜੇ 1988 ਵਾਲੀ ਜੋ ਨੌਲੇਜ ਸਾਹਿਬ ਸਿੰਘ ਕੋਲ ਹੈਗੀ ਸੀ, ਉਹ ਉਨੀ ਕੁ ਨੌਲੇਜ ਨਾਲ ਅੱਜ ਉਹ 2020 ਦੇ ਵਿੱਚ ਵੀ ਕਵੇ ਕਿ ਮੈਂ ਰੰਗਮੰਚ ਬਹੁਤ ਅੱਛਾ ਕਰੀ ਜਾਵਾਂਗਾ, ਇਹ ਸੰਭਵ ਨਹੀਂ ਹੈ। ਤੁਹਾਨੂੰ ਅਪਡੇਟ ਹੋਣਾ ਪਏਗਾ, ਤੁਹਾਨੂੰ ਆਪਣੀ ਪੜ੍ਹਾਈ, ਆਪਣਾ ਗਿਆਨ, ਆਪਣਾ ਜਿਹੜੀ ਜਾਣਕਾਰੀ ਹੈ ਉਹਦੇ 'ਚ ਵਾਧਾ ਕਰਨਾ ਪਏਗਾ। ਤੁਹਾਨੂੰ ਤੁਹਾਡੇ ਆਲੇ ਦੁਆਲੇ ਸਮਾਜ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ, ਸਮਾਜ ਦੀਆਂ ਕੰਪਲਿਕੇਸ਼ਨਸ ਕਿਹੋ ਜਿਹੀਆਂ ਆ ਰਹੀਆਂ, ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਵ ਆ ਰਹੇ ਨੇ, ਵਰਲਡ ਲੈਵਲ ਤੋਂ ਤੁਸੀਂ ਕਿਵੇਂ ਅਸਰਅੰਦਾਜ਼ ਹੋ ਰਹੇ ਹੋ, ਤੁਹਾਡਾ ਮੁਲਕ ਕਿਹੜੇ ਪਾਸੇ ਨੂੰ ਜਾ ਰਿਹਾ, ਤੁਹਾਡਾ ਮੁਲਕ ਪੂਰੇ ਵਰਲਡ ਦੇ ਵਿੱਚ ਕਿੱਥੇ ਖੜਾ ਹੈ, ਇਸ ਵੇਲੇ ਗਲੋਬ ਦੇ ਵਿੱਚ ਕਿੱਥੇ ਫਿੱਟ ਹੋ ਰਿਹਾ, ਉਹਦਾ ਪੋਲੀਟੀਕਲ ਕਰੈਕਟਰ ਕਿਹੋ ਜਿਹਾ ਬਣ ਰਿਹਾ, ਉਹਦਾ ਸੋਸ਼ਲ ਕਰੈਕਟਰ ਕਿਹੋ ਜਿਹਾ ਬਣ ਰਿਹਾ, ਉਹਦੀ ਕੋਈ ਅਹਿਮੀਅਤ ਬਣ ਰਹੀ ਹੈ ਸਮਾਜ ਦੇ ਵਿੱਚ, ਪੂਰੇ ਵਰਲਡ ਦੇ ਸਮਾਜ ਵਿੱਚ, ਕਿ ਨਹੀਂ ਬਣ ਰਹੀ। ਇਹਨਾਂ ਚੀਜ਼ਾਂ ਦੀ ਬੇਸਿਕ ਸਮਝ ਤੁਹਾਨੂੰ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਬੇਸਿਕ ਸਮਝ ਨਹੀਂ ਹੋਏਗੀ, ਫਿਰ ਤੁਸੀਂ ਘਸੇ ਪਿਟੇ ਕੰਮ ਕਰੋਗੇ, ਫਿਰ ਤੁਹਾਡਾ ਕੰਮ ਜਿਹੜਾ ਨਾ ਉਹ ਤਾਜ਼ਾ ਨਹੀਂ ਰਹੇਗਾ, ਫਰੈਸ਼ ਨਹੀਂ ਰਹੇਗਾ, ਤੇ ਜਦੋਂ ਤਾਜ਼ਾ ਨਹੀਂ ਰਹੇਗਾ ਫਿਰ ਉਹ ਰੰਗਮੰਚ ਨਹੀਂ ਰਹੇਗਾ। ਕਿਉਂਕਿ ਰੰਗਮੰਚ ਦੇ ਵਿੱਚ ਤਾਂ ਜੇ ਮੈਂ ਅੱਜ ਇੱਕ ਚੀਜ਼ ਪਰਫਾਰਮ ਕਰਦਾ ਨਾ, ਜੇ ਮੈਂ 2 ਮਹੀਨੇ ਬਾਅਦ ਉਹ ਆਪਣੇ ਉਸੇ ਨਾਟਕ ਨੂੰ ਵੀ ਪਰਫਾਰਮ ਕਰਨਾ, ਤਾਂ ਉਹਦੇ ਵਿੱਚ ਵੀ ਤਾਜ਼ਗੀ ਚਾਹੀਦੀ ਹੈ ਕਿ ਮੈਂ 2 ਮਹੀਨੇ 'ਚ ਕੀ ਗੇਨ ਕੀਤਾ, 2 ਮਹੀਨੇ 'ਚ ਮੈਂ ਪਰਫਾਰਮੈਂਸ ਵਾਈਜ਼ ਕੀ ਸਿੱਖਿਆ ਨਵਾਂ, ਮੈਂ ਟੈਕਨੀਕ ਵਾਈਜ਼ ਨਵਾਂ ਕੀ ਸਿੱਖਿਆ, ਮੈਂ ਵਿਸ਼ੇ ਪੱਖੋਂ ਕੀ ਸਿੱਖਿਆ। ਹੋ ਸਕਦਾ ਉਸ ਵਿਸ਼ੇ ਦਾ ਕੋਈ ਨਵਾਂ ਪਸਾਰ ਖੁੱਲ ਕੇ ਮੇਰੇ ਸਾਹਮਣੇ 2 ਮਹੀਨਿਆਂ ਵਿੱਚ ਆ ਗਿਆ ਹੋਵੇ, ਤੇ ਉਹਨਾਂ ਚੀਜ਼ਾਂ ਦੇ ਨਾਲ ਮੈਂ ਸਮਝਦਾ ਕਿ ਸਾਡਾ ਸੰਬੰਧ ਤਾਂ ਹੀ ਬਣੂਗਾ ਜੇ ਅਸੀਂ ਕਹਿੰਦੇ ਵੀ ਠੀਕ ਹੈ, ਇਧਰੋਂ ਉਧਰੋਂ 2 ਡਾਇਲੌਗ ਯਾਦ ਕੀਤੇ, 4 ਡਾਇਲੌਗ ਯਾਦ ਕੀਤੇ, ਇੱਧਰ ਖੜ ਗਏ ਉੱਧਰ ਖੜ ਗਏ, ਜਾਂ ਅਸੀਂ ਆਪਣੀ ਸਮਾਰਟਨੈਸ ਦੇ ਉੱਤੇ ਕੰਮ ਕਰ ਲਿਆ ਕਿ ਠੀਕ ਹੈ ਖੂਬਸੂਰਤ ਹੈ, ਮੇਰੇ ਬਾਲ ਠੀਕ ਕਰ ਲਿਆ, ਫੇਸ ਠੀਕ ਕਰ ਲਿਆ, ਮੈਂ ਆ ਗਿਆ ਸਟੇਜ ਤੇ, ਕਾਸਟਿਊਮ ਸੋਹਣੀ ਪਾ ਲਈ, ਫਿਰ ਉਹ 6 ਮਹੀਨੇ, ਸਾਲ, 2 ਸਾਲ ਦੀ ਗੱਲ ਹੈ। ਉਸ ਤੋਂ ਬਾਅਦ ਤੁਹਾਨੂੰ ਜਿਹੜਾ ਤੁਹਾਡਾ ਹੈਗਾ ਨਾ ਦਰਸ਼ਕ, ਤੁਹਾਡਾ ਦਰਸ਼ਕ ਹੀ ਤੁਹਾਨੂੰ ਓਨ ਨਹੀਂ ਕਰੇਗਾ, ਤੁਹਾਡਾ ਦਰਸ਼ਕ ਤੁਹਾਡੇ ਨਾਲ ਮੋਹ ਨਹੀਂ ਪਾਏਗਾ, ਇੱਜ਼ਤ ਨਹੀਂ ਤੁਹਾਡੀ ਕਰ ਸਕੇਗਾ। ਉਹ ਕਹੇਗਾ ਠੀਕ ਹੈ, ਅੱਛਾ ਆਰਟਿਸਟ ਸੀ, 2 ਨਾਟਕ ਕੀਤੇ, ਮੁੜ ਕੇ ਨਹੀਂ ਦਿਸਣਾ ਕਿੱਥੋਂ ਹੁੰਦਾ? ਕਿਉਂਕਿ ਤੁਸੀਂ ਅਗਰ ਤੁਸੀਂ ਇੰਜੀਨੀਅਰ ਹੋ, ਅਗਰ ਤੁਸੀਂ ਡਾਕਟਰ ਹੋ, ਜੇ ਤੁਸੀਂ ਅਪਡੇਟ ਨਹੀਂ ਹੁੰਦੇ, ਇੰਜੀਨੀਅਰਿੰਗ ਦੀ ਡਿਗਰੀ ਕਰਦੇ ਹੋ, ਤੁਸੀਂ 4.5-5 ਸਾਲ ਲਾਉਂਦੇ ਹੋ, 4.5-5 ਸਾਲ 'ਚ ਤੁਸੀਂ ਇੱਕ ਬੇਸਿਕ ਚੀਜ਼ਾਂ ਸਿੱਖ ਲਈਆਂ, ਪਰ ਜਦੋਂ ਤੁਸੀਂ ਨਿਕਲੇ ਆਪਣੇ ਫੀਲਡ ਦੇ ਵਿੱਚ ਨਿਕਲੇ, ਤਾਂ ਕੱਲਾ 4.5-5 ਸਾਲ ਦੀ ਜਿਹੜੀ ਜਾਣਕਾਰੀ ਹੈ, ਕੱਲੀ ਉਹਨੇ ਸਾਰੀ ਜ਼ਿੰਦਗੀ ਕੰਮ ਨਹੀਂ ਨਾ ਆਉਣਾ ਤੁਹਾਡੇ। ਤੁਹਾਨੂੰ ਬਹੁਤ ਕੁਝ ਹੋਰ ਦੇਖਣਾ ਪੈਣਾ ਕਿ ਮੈਂ ਇੱਥੇ ਪੁਲ ਬਣਾਉਣਾ ਤੇ ਇਹਦੀਆਂ ਕੀ ਡਿਮਾਂਡਸ ਨੇ, ਕੀ ਲੋੜਾਂ ਨੇ। ਇਸੇ ਤਰ੍ਹਾਂ ਰੰਗਮੰਚ ਲਈ ਵੀ ਸਿਖਲਾਈ ਸਿਰਫ ਉਹ ਨਹੀਂ ਹੁੰਦੀ ਕਿ ਤੁਸੀਂ 2 ਸਾਲ ਲਾ ਕੇ ਤੇ ਐਮਏ ਕਰ ਲਈ ਥੀਏਟਰ ਦੀ,
ਜਾਂ ਤੁਸੀਂ ਕੋਈ ਡਿਪਲੋਮਾ ਕਰ ਲਿਆ, ਕਿਸੇ ਐਕਟਿੰਗ ਸਕੂਲ 'ਚ ਗਏ, ਤੁਸੀਂ 6 ਮਹੀਨੇ ਐਕਟਿੰਗ ਸਿੱਖ ਲਈ, ਉਹ ਨਹੀਂ ਹੁੰਦੀ। ਉਹ ਤਾਂ ਇੱਕ ਤੁਹਾਡਾ ਬੇਸ ਹੈ, ਤੁਹਾਡਾ ਆਧਾਰ ਹਮ, ਬਣਨਾ। ਸੋ ਤੁਹਾਡੇ ਸਵਾਲ ਦਾ ਜਿਹੜਾ ਫਿਕਰ ਹੈ ਉਹ ਮੇਰਾ ਫਿਕਰ ਹੈ। ਮੈਂ ਇਹ ਫਿਕਰ ਹਮੇਸ਼ਾ ਆਪਣੇ ਰੰਗਕਰਮੀ ਨਾਲ ਸਾਂਝਾ ਕਰਦਾ ਹੁੰਦਾ। ਮੈਂ ਕਹਿੰਦਾ ਹੁੰਦਾ ਕਿ ਯਾਰ ਬਹੁਤ ਪੜ੍ਹੋ, ਕਿਤਾਬਾਂ ਪੜ੍ਹੋ, ਆਲੇ ਦੁਆਲੇ ਨੂੰ ਪੜ੍ਹੋ, ਖਬਰਾਂ ਨੂੰ ਪੜ੍ਹੋ, ਅਖਬਾਰਾਂ ਪੜ੍ਹੋ, ਮੈਗਜ਼ੀਨ ਪੜ੍ਹੋ। ਪੜ੍ਹੋ, ਤੁਹਾਨੂੰ ਜਿੰਨੀ ਸਮਝ ਵਧੇਗੀ ਉਨੀ ਤੁਹਾਡੀ ਐਕਟਿੰਗ 'ਚ ਵੀ ਨਿਖਾਰ ਆਏਗਾ। ਇਕੱਲਾ ਇਹ ਨਹੀਂ ਵੀ ਪੜ੍ਹਨ ਨਾਲ ਤੁਹਾਨੂੰ ਤੁਸੀਂ ਨਾਟਕਕਾਰ ਵਧੀਆ ਬਣ ਜਾਓਗੇ, ਤੁਸੀਂ ਡਾਇਰੈਕਟਰ ਵੀ ਵਧੀਆ ਬਣੋਗੇ, ਤੁਸੀਂ ਮੀਨਿੰਗਫੁਲ ਬਣ ਜਾਓਗੇ। ਵਧੀਆ ਘਟੀਆ ਤਾਂ ਇੱਕ ਹੋਰ ਚੀਜ਼ ਹੋਗੀ ਨਾ। ਕਈ ਕਿਸੇ ਡਾਇਰੈਕਟਰ ਨੂੰ ਹੋ ਸਕਦਾ ਕਰਾਫਟ ਦੀ ਬਹੁਤ ਜ਼ਿਆਦਾ ਸਮਝ ਹੋਵੇ, ਤੇ ਜਿਹਦੇ ਕੋਲ ਜ਼ਿਆਦਾ ਸਮਝ ਹੋਏਗੀ ਉਹ ਵਧੀਆ ਹੀ ਰਹੇਗਾ। ਬਟ ਮੀਨਿੰਗਫੁਲ ਕੌਣ ਹੈ, ਅਰਥਵਾਨ ਕੰਮ ਕੌਣ ਕਰ ਰਿਹਾ, ਜਿਸ ਕੰਮ ਦੇ ਕੋਈ ਅਰਥ ਬਣਦੇ ਆ, ਉਹ ਕੰਮ ਤਾਂ ਹੀ ਹੋਏਗਾ ਜੇ ਤੁਹਾਨੂੰ ਆਲੇ ਦੁਆਲੇ ਦੀ ਜਾਣਕਾਰੀ ਹੋਏਗੀ। ਦੈਨ ਯੂ ਵਿਲ ਬੀ ਅ ਗੁੱਡ ਡਾਇਰੈਕਟਰ, ਅ ਮੀਨਿੰਗਫੁਲ ਡਾਇਰੈਕਟਰ ਐਂਡ ਗੁੱਡ ਐਕਟਰ, ਜਿਹਨੂੰ ਪਤਾ ਹੈ ਕਿ ਮੈਨੂੰ ਹੁਣ ਅੱਜ ਐਕਟਿੰਗ ਦੇ ਵਿੱਚ ਕੀ ਅਪਡੇਟ ਕਰਨ ਦੀ ਲੋੜ ਹੈ, ਸਮਾਜ ਕਿੱਥੇ ਕਿੱਥੇ ਪਹੁੰਚ ਗਿਆ, ਜਿਹੜਾ ਦਰਸ਼ਕ ਮੇਰੇ ਸਾਹਮਣੇ ਬੈਠਾ ਇਹਨੇ ਨਵੀਆਂ ਕਿਹੜੀਆਂ ਚੀਜ਼ਾਂ ਦੇਖ ਲਈਆਂ 1 ਸਾਲ ਦੇ ਵਿੱਚ, ਮੈਂ ਉਹਨਾਂ ਨਾਲ ਕਿਵੇਂ ਲੜਾਈ ਲੜਨੀ ਹੈ, ਕਿਵੇਂ ਮੈਂ ਇਹ ਚੈਲੰਜ ਐਕਸੈਪਟ ਕਰਨਾ ਕਿ ਜੋ ਤੂੰ ਇੱਧਰ ਉੱਧਰ ਵੈਬ ਸੀਰੀਜ਼ ਵਿੱਚ ਦੇਖ ਕੇ ਆਇਆ, ਜੋ ਤੂੰ ਫਿਲਮ ਵਿੱਚ ਦੇਖ ਕੇ ਆਇਆ, ਜੋ ਤੂੰ ਟੀਵੀ ਸੀਰੀਅਲਸ ਦੇ ਵਿੱਚ ਦੇਖ ਕੇ ਆਇਆ, ਜਾਂ ਜੋ ਤੂੰ ਬੰਬੇ, ਕਲਕੱਤਾ ਜਾਂ ਕਿਤੇ ਹੋਰ ਜਾ ਕੇ ਥੀਏਟਰ ਦੇਖ ਕੇ ਆਇਆ, ਆ ਜਾ, ਮੈਂ ਤਿਆਰ ਹਾਂ ਉਹਨਾਂ ਚੀਜ਼ਾਂ ਲਈ। ਮੈਂ ਵੀ ਤੈਨੂੰ ਇੱਕ ਫਰੈਸ਼ ਚੀਜ਼ ਦਿਖਾਊਂਗਾ ਜਿਹੜੀ ਤੈਨੂੰ ਲੱਗੇਗੀ ਕਿ ਯੈਸ, ਇਹ ਬੰਦਾ ਵੀ ਐਕਟ ਕਰਨ ਵੇਲੇ ਆਪਣੇ ਆਪ ਨੂੰ ਅਪਡੇਟ ਕਰ ਰਿਹਾ। ਸੋ ਇਹ ਬਹੁਤ ਜ਼ਰੂਰੀ ਆ। ਪੜ੍ਹਾਈ, ਟ੍ਰੇਨਿੰਗ, ਸਿਖਲਾਈ ਬਹੁਤ ਲਾਜ਼ਮੀ। ਤੁਹਾਡਾ ਕਹਿਣ ਦਾ ਮਤਲਬ ਕਿ ਅਪਡੇਟ ਹੋਣਾ ਜ਼ਰੂਰੀ ਹੈ ਹਰ ਕਿਸੇ ਵਾਸਤੇ, ਨਾਟ ਓਨਲੀ ਫॉर ਥੀਏਟਰ। ਹਰ ਇੱਕ ਲਈ। ਥੀਏਟਰ ਤੋਂ ਬਿਨਾਂ ਵੀ ਅੱਗੇ ਵਧਿਆ ਜਾ ਸਕਦਾ, ਥੀਏਟਰ ਇੰਡਸਟਰੀ ਵਿੱਚ ਓਨਲੀ ਥੀਏਟਰ ਕਰਨਾ ਜ਼ਰੂਰੀ ਹੈ ਤੁਹਾਡੇ ਅਕੋਰਡਿੰਗਲੀ? ਦੇਖੋ, ਥੀਏਟਰ ਇੰਡਸਟਰੀ 'ਚ ਤੁਸੀਂ ਥੀਏਟਰ ਨਹੀਂ ਕਰ ਰਹੇ ਤਾਂ ਥੀਏਟਰ ਇੰਡਸਟਰੀ 'ਚ ਤੁਸੀਂ ਕਿਉਂ? ਨਹੀਂ, ਆਈ ਐਮ ਟਾਕਿੰਗ ਅਬਾਊਟ ਬਾਲੀਵੁੱਡ। ਜੇ ਕਿਸੇ ਨੇ ਬਾਲੀਵੁੱਡ 'ਚ ਜਾਣਾ ਹੈ, ਪੰਜਾਬੀ ਇੰਡਸਟਰੀ ਵਿੱਚ ਜਾਣਾ, ਕੁਝ ਸਿਨੇਮਾ ਦੀ ਕਲਾਕਾਰ ਗੱਲ, ਲਾਈਕ ਹਰੀਸ਼ ਵਰਮਾ ਵੀ ਥੀਏਟਰ ਤੋਂ ਗਏ ਨੇ, ਹੋਰ ਆਰਟਿਸਟ ਗਏ ਨੇ। ਜੇ ਬਾਕੀ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਥੀਏਟਰ ਕੰਪਲਸਰੀ ਕਰਨਾ ਜਾਂ ਥੀਏਟਰ ਤੋਂ ਬਿਨਾਂ ਵੀ ਅੱਗੇ ਜਾਇਆ ਜਾ ਸਕਦਾ, ਸਕੋਪ ਹੈ ਇੰਡਸਟਰੀ 'ਚ? ਦੇਖੋ, ਕੁਛ ਕੰਪਲਸਰੀ ਨਹੀਂ ਹੈ। ਕੰਪਲਸਰੀ ਤਾਂ ਜ਼ਿੰਦਗੀ 'ਚ ਕੁਛ ਨਹੀਂ ਹੁੰਦਾ, ਹਨਾ। ਕੋਈ ਜ਼ਰੂਰੀ ਨਹੀਂ ਹੁੰਦਾ। ਕੋਈ ਜ਼ਰੂਰੀ ਨਹੀਂ ਹੈ ਕਿ ਜਿਹਨੇ ਜ਼ਿੰਦਗੀ ਦੇ ਵਿੱਚ BA, MA, MEd ਕਰ ਲਈ ਉਹੀ ਅੱਛਾ ਟੀਚਰ ਬਣ ਸਕੇਗਾ ਜਾਂ ਉਹੀ ਕਾਮਯਾਬ ਹੋ ਸਕੇਗਾ। ਕਈ ਵਾਰੀ 8 ਪੜ੍ਹਿਆ 10 ਪੜ੍ਹਿਆ ਵੀ ਬਹੁਤ ਕਾਮਯਾਬ ਹੋ ਜਾਂਦਾ। ਸੋ ਕੰਪਲਸਰੀ ਕੁਛ ਨਹੀਂ ਹੈਗਾ। ਕੰਪਲਸਰੀ ਇਹ ਨਹੀਂ ਹੈ ਕਿ ਜਿਹਨੇ ਥੀਏਟਰ ਕੀਤਾ ਉਹੀ ਅੱਛੀ ਫਿਲਮ ਕਰ ਸਕੂਗਾ, ਉਹੀ ਕੈਮਰੇ ਦੇ ਸਾਹਮਣੇ ਵਧੀਆ ਐਕਟ ਕਰ ਸਕੂਗਾ। ਐਸਾ ਕੁਛ ਕੰਪਲਸਰੀ ਨਹੀਂ ਹੈ। ਬਟ ਇਹ ਹੈਗਾ ਕਿ ਉਸ ਚੀਜ਼ ਦਾ ਫਾਇਦਾ ਬਹੁਤ ਹੈ। ਅਗਰ ਕੋਈ ਕਿਸੇ ਨੇ ਸੱਚੀ ਮੁੱਚੀ ਰੂਹ ਨਾਲ ਥੀਏਟਰ ਕੀਤਾ ਹੋਇਆ 10-15 ਸਾਲ, ਰੂਹ ਨਾਲ, ਐਵੇਂ ਨਹੀਂ, ਤਾਂ ਜਦੋਂ ਉਹ ਕੈਮਰਾ ਦੇ ਸਾਹਮਣੇ ਜਾਏਗਾ, ਅਗਰ ਉਹ ਫਿਲਮ ਦੇ ਵਿੱਚ ਐਕਟਿੰਗ ਕਰੇਗਾ ਜਾਂ ਕਿਸੇ ਸੀਰੀਅਲ ਦੇ ਵਿੱਚ ਜਾਂ ਕਿਸੇ ਸੀਰੀਜ਼ ਦੇ ਵਿੱਚ ਕੰਮ ਕਰੇਗਾ, ਤੇ ਨਜ਼ਰ ਆਏਗਾ ਕਿ ਯੈਸ, ਇਹ ਗ੍ਰਾਈਂਡਿੰਗ ਚੋਂ ਨਿਕਲ ਕੇ ਐਕਟਰ ਆਇਆ, ਇਹਨੂੰ ਪਤਾ ਹੈ, ਆਪਣੇ ਕਰਾਫਟ ਦਾ ਪਤਾ ਹੈ, ਉਹਦੀ ਟੈਕਨੀਕ ਦਾ ਪਤਾ, ਇਹਨੂੰ ਇਹ ਪਤਾ ਹੈ ਕਿ ਸਟਲ ਹੋ ਕੇ ਐਕਟਿੰਗ ਕਿਵੇਂ ਕਰਨੀ ਹੈ, ਇਹਨੂੰ ਇਹ ਪਤਾ ਕਿ ਇੱਥੇ ਮੈਂ ਐਕਸਪ੍ਰੈਸ਼ਨਸ ਦਾ ਮੈਗਨੀਟਿਊਡ ਕਿੰਨਾ ਕੁ ਰੱਖਣਾ, ਇਹਨੂੰ ਪਤਾ ਹੈ ਕਿ ਬਾਡੀ ਲੈਂਗੁਏਜ ਕੀ ਹੁੰਦੀ ਹੈ, ਇਹਨੂੰ ਪਤਾ ਹੈ ਕਿ ਐਕਸਪ੍ਰੈਸ਼ਨਸ ਕਿੱਥੇ ਕਿੰਨੇ ਕੁ ਦੇਣੇ ਆ, ਇਹਨੂੰ ਕਰਾਫਟ ਦਾ ਪਤਾ। ਦੇਖੋ, ਡਾਇਲੋਗ ਤਾਂ ਹਰ ਕੋਈ ਯਾਦ ਕਰ ਲੈਂਦਾ, ਕੋਈ ਥੋੜਾ ਜ਼ਿਆਦਾ ਯਾਦ ਕਰ ਲੈਂਦਾ, ਕੋਈ ਘੱਟ ਯਾਦ ਕਰ ਲੈਂਦਾ, ਕਿਸੇ ਨੂੰ ਛੇਤੀ ਯਾਦ ਹੋ ਜਾਂਦੇ ਆ, ਕਿਸੇ ਨੂੰ ਲੇਟ ਯਾਦ ਹੁੰਦੇ ਆ। ਬਟ ਉਹ ਤੁਹਾਨੂੰ ਆਪਣੇ ਪ੍ਰੋਫੈਸ਼ਨ ਦਾ ਕਰਾਫਟ ਕੀ ਪਤਾ ਹੈ, ਤੁਹਾਨੂੰ ਕਿ ਉਹ ਕਰਾਫਟ ਕੀ ਹੈ, ਉਹ ਸ਼ਿਲਪ ਕੀ ਹੈ ਤੁਹਾਡਾ, ਉਹ ਤੁਹਾਨੂੰ, ਜੇ ਤੁਸੀਂ ਥੀਏਟਰ ਕੀਤਾ ਹੋਇਆ ਖੁੱਬ ਕੇ 10-15 ਸਾਲ ਕਿਸੇ ਨੇ ਥੀਏਟਰ ਕੀਤਾ ਹੋਇਆ, ਤਾਂ ਉਹ ਥੀਏਟਰ ਨੇ ਤੁਹਾਨੂੰ ਇੱਕ ਤਾਂ ਬੰਦਾ ਬਣਾ ਦੇਣਾ ਹੁੰਦਾ, ਥੀਏਟਰ ਨੇ ਤੁਹਾਨੂੰ ਸੰਘਰਸ਼ ਕਰਨਾ ਸਿਖਾ ਦੇਣਾ ਹੁੰਦਾ, ਥੀਏਟਰ ਨੇ ਤੁਹਾਨੂੰ ਮਿਹਨਤ ਕਰਨੀ ਸਿਖਾ ਦੇਣੀ ਹੁੰਦੀ ਹੈ, ਥੀਏਟਰ ਨੇ ਤੁਹਾਨੂੰ ਆਲਰਾਊਂਡਰ ਬਣਾਉਣਾ ਹੁੰਦਾ ਕਿ ਤੁਸੀਂ ਕਿਸੇ ਵੀ ਹਾਲਾਤ ਦੇ ਵਿੱਚ ਕੰਮ ਕਰ ਸਕਦੇ ਹੋ। ਤੁਸੀਂ ਕਿਸੇ ਬਹੁਤ ਗਰਮੀ 'ਚ ਸ਼ੂਟਿੰਗ ਕਰ ਰਹੇ ਹੋ ਤੇ ਤੁਹਾਨੂੰ ਗਰਮੀ ਲੱਗ ਰਹੀ ਬਹੁਤ ਜ਼ਿਆਦਾ, ਤੁਸੀਂ ਆਪਣੇ ਥੀਏਟਰ ਦੇ ਸੰਘਰਸ਼ ਨੂੰ ਯਾਦ ਕਰ ਲਓ, ਤੁਹਾਨੂੰ ਗਰਮੀ ਲੱਗਣੀ ਬੰਦ ਹੋ ਜਾਏਗੀ। ਤੁਸੀਂ ਬਹੁਤ ਕਿਤੇ ਬਰਫ਼ਾਂ ਦੇ ਵਿੱਚ ਕੰਮ ਕਰ ਰਹੇ ਹੋ, ਆਪਣੇ ਥੀਏਟਰ ਦੇ ਸੰਘਰਸ਼ ਨੂੰ ਯਾਦ ਕਰ ਲਓ, ਤੁਹਾਨੂੰ ਠੰਡ ਲੱਗਣੀ ਬੰਦ ਹੋ ਜਾਏਗੀ। ਤੁਹਾਨੂੰ ਲੱਗੇਗਾ ਕਿ ਯੈਸ, ਇਹ ਮੇਰਾ ਪ੍ਰੋਫੈਸ਼ਨ ਹੈ ਐਂਡ ਆਈ ਲਵ ਦਿਸ। ਠੀਕ ਹੈ ਨਾ। ਪਰ ਐਸਾ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਕਿਸੇ ਐਕਟਰ ਨੇ ਥੀਏਟਰ ਨਹੀਂ ਕੀਤਾ, ਬਹੁਤ ਸਾਰੇ ਐਕਟਰ ਨੇ ਫਿਲਮ ਇੰਡਸਟਰੀ 'ਚ, ਬੜੇ ਵੱਡੇ ਵੱਡੇ ਕਾਮਯਾਬ ਐਕਟਰ ਨੇ ਜਿਨ੍ਹਾਂ ਨੇ ਥੀਏਟਰ ਕਦੀ ਨਹੀਂ ਕੀਤਾ, ਉਹ ਵੀ ਕਾਮਯਾਬ ਹੋਏ ਨੇ। ਸੋ ਇਹ ਕੋਈ, ਤੁਸੀਂ ਕੋਈ ਇਸ ਤਰ੍ਹਾਂ ਫਿਕਸ ਨਹੀਂ ਕਰ ਸਕਦੇ ਕੁਝ ਵੀ। ਇਹੋ ਜਿਹੇ ਡਾਇਰੈਕਟਰ ਵੀ ਹੋਏ ਨੇ ਫਿਲਮ ਲਾਈਨ ਦੇ ਵਿੱਚ ਜਿਨ੍ਹਾਂ ਨੇ ਕਦੀ ਥੀਏਟਰ ਨਹੀਂ ਕੀਤਾ, ਜਿਹੜੇ ਥੀਏਟਰ ਦੇ ਵਿੱਚ ਨਹੀਂ ਆਏ ਕਦੇ, ਲੇਕਿਨ ਹੋ ਸਕਦਾ ਉਹਨਾਂ ਨੇ ਥੀਏਟਰ ਨੂੰ ਸਮਝਿਆ ਜ਼ਰੂਰ ਹੋਵੇ, ਥੀਏਟਰ ਦੇਖਿਆ ਜ਼ਰੂਰ ਹੋਵੇ, ਥੀਏਟਰ ਬਾਰੇ ਅਬਜ਼ਰਵ ਜ਼ਰੂਰ ਕੀਤਾ ਹੋਵੇ, ਤਾਂ ਉਸ ਚੀਜ਼ਾਂ ਨੂੰ ਕਰ ਸਕਦੇ ਹੋਣ। ਬਟ ਜੇ ਤੁਸੀਂ ਥੀਏਟਰ ਕੀਤਾ ਹੋਇਆ, ਚੰਗੀ ਤਰ੍ਹਾਂ ਕੀਤਾ ਹੋਇਆ, ਵਧੀਆ ਤਰੀਕੇ ਨਾਲ, ਫਿਰ ਇਹ ਸੋਨੇ ਤੇ ਸੁਹਾਗਾ ਹੈ। ਤੁਸੀਂ 30-32 ਸਾਲ ਦੇ ਸਫ਼ਰ ਵਿੱਚ ਟ੍ਰੈਂਡਿੰਗ ਵਾਈਜ਼ ਐਜ਼ ਐਨ ਡਾਇਰੈਕਟਰ ਕੀ ਬਦਲਾਵ ਦੇਖਿਆ ਥੀਏਟਰ 'ਚ? ਟੈਕਨੋਲੋਜੀ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਚੇਂਜ ਦੇਖਿਆ ਜੇ ਗੱਲ ਕੀਤੀ ਜਾਵੇ ਤਾਂ?
हाँ बिल्कुल, देखो बदलाव आया, बदलाव ਇਸ ਕਰਕੇ ਆਇਆ ਕਿ ਕਿਉਂਕਿ ਅਸੀਂ ਸਮਾਜ ਵਿੱਚ ਰਹਿੰਦੇ ਹਾਂ ਤਾਂ ਅਸੀਂ ਕਹਿੰਦੇ ਕਿ ਅਸੀਂ ਸਮਾਜ ਦਾ ਆਈਨਾ ਆ, ਤੇ ਸਮਾਜ ਦਾ ਆਈਨਾ ਸਿਰਫ ਵਿਸ਼ਾ ਨਹੀਂ ਹੁੰਦਾ, ਜਿਹੜੀ ਉਹਦੀ ਟੈਕਨੀਕ ਹੈ, ਉਹ ਰੰਗਮੰਚ ਕਿਵੇਂ ਪੇਸ਼ ਕਰਦਾ, ਨਿਰਦੇਸ਼ਕ ਕਿਵੇਂ ਡਿਜ਼ਾਈਨ ਕਰਦਾ, ਐਕਟਰ ਕਿਵੇਂ ਐਕਟ ਕਰਦਾ, ਇਹ ਸਾਰੀਆਂ ਚੀਜ਼ਾਂ ਉਸ ਤਬਦੀਲੀ ਦੇ ਵਿੱਚ ਆਉਂਦੀਆਂ। ਤੇ ਜਦੋਂ ਮੈਂ 30-32 ਸਾਲ ਦੇ ਤਜਰਬੇ ਨੂੰ ਦੇਖਦਾ ਹਾਂ, ਤੇ ਜਦੋਂ ਮੈਂ 1988-99 ਦਾ ਸਮਾਜ ਦੇਖਦਾ ਤੇ ਮੈਂ 2015 ਤੋਂ 20 ਤੱਕ ਦਾ ਸਮਾਜ ਦੇਖਦਾ, ਤੇ ਬਹੁਤ ਫਰਕ ਪਿਆ। ਪਹਿਲਾਂ ਜਿਹੜੀਆਂ ਚੀਜ਼ਾਂ ਬਹੁਤ ਸਹਿਜ ਸੀਗੀਆਂ, ਬੜੀਆਂ ਸਧਾਰਨ ਸੀਗੀਆਂ, ਬੜੀ ਈਜ਼ੀਲੀ ਸਾਡੇ ਕੋਲ ਆਉਂਦੀਆਂ ਸੀ, ਤੇ ਈਜ਼ੀਲੀ ਅਸੀਂ ਉਹਨਾਂ ਚੀਜ਼ਾਂ ਕੋਲ ਜਾਂਦੇ ਸੀ। ਮਤਲਬ ਚੀਜ਼ਾਂ ਨੂੰ ਅਪਰੋਚ ਅਸੀਂ ਬਹੁਤ ਬਹੁਤ ਸਹਿਜਤਾ ਨਾਲ ਕਰਦੇ ਸੀ। ਹੁਣ ਅਸੀਂ ਸਹਿਜਤਾ ਨਾਲ ਅਪਰੋਚ ਨਹੀਂ ਕਰ ਪਾਉਂਦੇ, ਅਸੀਂ ਜ਼ਿਆਦਾ ਟੈਂਸ ਹੋ ਗਏ ਹਾਂ ਪਹਿਲਾਂ ਨਾਲੋਂ, ਅਸੀਂ ਜ਼ਿਆਦਾ ਗੁੰਝਲਦਾਰ ਹੋ ਗਏ ਹਾਂ। ਚੀਜ਼ਾਂ ਵੀ ਸਾਡੇ ਤੱਕ ਸਹਿਜ ਤਰੀਕੇ ਨਾਲ ਹੁਣ ਨਹੀਂ ਆਉਂਦੀਆਂ, ਹੁਣ ਉਹ ਗੁੰਝਲਦਾਰ ਤਰੀਕੇ ਨਾਲ ਆਉਂਦੀਆਂ। ਘਟਨਾਵਾਂ ਸਾਡੇ ਤੱਕ ਪਹੁੰਚਦੀਆਂ ਗੁੰਝਲਦਾਰ ਤਰੀਕੇ ਨਾਲ ਪਹੁੰਚਦੀਆਂ, ਰਿਸ਼ਤਿਆਂ ਦੀਆਂ ਸਮੀਕਰਨਾਂ ਗੁੰਝਲ ਤਰੀਕੇ ਨਾਲ ਸਾਡੇ ਤੱਕ ਪਹੁੰਚਦੀਆਂ। ਸਮਾਜ ਇੰਨਾ ਟੈਂਸ ਹੋ ਗਿਆ, ਇੰਨੀ ਸਪੀਡ ਫੜ ਲਈ ਸਮਾਜ ਨੇ ਕਿ ਐਗਜ਼ਿਸਟੈਂਸ ਦੀ ਲੜਾਈ ਹੈ ਜਿਹੜੀ, ਉਹ ਐਡੀ ਖਤਰਨਾਕ ਹੋ ਗਈ ਕਿ ਜੇ ਕੋਈ ਬੰਦਾ ਲੱਖ, 1.5 ਲੱਖ, 2 ਲੱਖ, 2.5 ਲੱਖ ਦਾ ਪੈਕੇਜ ਵੀ ਲੈ ਰਿਹਾ ਤਾਂ ਵੀ ਉਹ ਟੈਂਸ ਹੈ ਕਿ ਮੈਂ ਸੇਫ ਨਹੀਂ ਹੈ, ਮੈਂ ਸਿਕਿਉਰ ਨਹੀਂ ਹੈ, ਮੈਂ ਰਿਸਕ ਤੇ ਹਾਂ, ਮੈਨੂੰ ਹੋਰ ਕੁਝ ਕਰਨ ਦੀ ਲੋੜ ਹੈ। ਇਹ ਇੱਕ ਮੈਂ ਐਗਜ਼ਾਮਪਲ ਦੇ ਰਿਹਾ। ਸੋ ਇਹਨਾਂ ਚੀਜ਼ਾਂ ਦੇ ਨਾਲ ਨਾ ਤਬਦੀਲੀ ਆਈ ਹੈ, ਉਹ ਤਬਦੀਲੀ ਥੀਏਟਰ ਦੇ ਵਿੱਚ ਵੀ ਆਈ ਹੈ। ਥੀਏਟਰ ਨੇ ਵੀ ਇਹ ਦੇਖਿਆ ਕਿ ਜੇ ਮੈਂ ਆਪਣੇ ਆਪ ਨੂੰ ਖੂਬਸੂਰਤ ਨਹੀਂ ਬਣਾਉਂਗਾ, ਜੇ ਮੈਂ ਚੀਜ਼ਾਂ ਨੂੰ ਮਿਨੀਮਾਈਜ਼ ਨਹੀਂ ਕਰੂੰਗਾ, ਸੰਖੇਪ ਨਹੀਂ ਕਰੂੰਗਾ, ਤਾਂ ਮੈਂ ਦਰਸ਼ਕ ਦੇ ਹਾਣ ਦਾ ਨਹੀਂ ਬਣ ਸਕੂੰਗਾ। ਮੈਂ ਵਿਜ਼ੂਅਲੀ ਅਗਰ ਆਪਣੇ ਆਪ ਨੂੰ ਰਿਚ ਨਹੀਂ ਕਰੂੰਗਾ, ਅਗਰ ਮੇਰਾ ਥੀਏਟਰ ਬਰਬੋਸ ਹੀ ਰਹਿ ਗਿਆ, ਅਗਰ ਥੀਏਟਰ ਦੇ ਵਿੱਚ ਆਇਆ ਬੰਦਾ ਤੇ ਉਹ ਸਿਰਫ ਸੁਣ ਹੀ ਰਿਹਾ ਮੈਨੂੰ, ਤਾਂ ਉਹ ਬਹੁਤੀ ਦੇਰ ਨਹੀਂ ਸੁਣੇਗਾ ਮੈਨੂੰ। ਜੇ ਉਹਨੂੰ ਸਟੇਜ ਦੇ ਉੱਤੇ ਐਕਟਰ ਤੋਂ ਇਲਾਵਾ ਕੁਝ ਹੋਰ ਖੂਬਸੂਰਤ ਨਜ਼ਰ ਨਹੀਂ ਆ ਰਿਹਾ, ਉਹਦੇ ਕੰਨਾਂ 'ਚ ਐਕਟਰ ਦੀ ਆਵਾਜ਼ ਤੋਂ ਬਿਨਾਂ ਹੋਰ ਕੋਈ ਖੂਬਸੂਰਤ ਚੀਜ਼ਾਂ, ਕੋਈ ਸਾਊਂਡਸ, ਕੁਛ ਮਿਊਜ਼ਿਕ ਜਾਂ ਕੋਈ ਸੌਂਗ ਜਾਂ ਕੁਝ ਵੀ, ਜ਼ਰੂਰੀ ਨਹੀਂ ਹਮੇਸ਼ਾ ਸੌਂਗ ਹੀ ਹੋਵੇ, ਉਹ ਨਹੀਂ ਪੈ ਰਹੀਆਂ, ਉਹਨੂੰ ਕਿਤੇ ਮੇਕਅਪ ਦੇ ਵਿੱਚ ਕੋਈ ਐਕਸਪੈਰੀਮੈਂਟੇਸ਼ਨ ਨਹੀਂ ਨਜ਼ਰ ਆ ਰਿਹਾ, ਕਿਤੇ ਕਾਸਟਿਊਮ ਦੇ ਵਿੱਚ ਕਿਨੂੰ ਬਿਹਤਰ ਤਰਤੀਬ ਨਜ਼ਰ ਨਹੀਂ ਆ ਰਹੀ, ਬਹੁਤੀ ਦੇਰ ਉਹ ਟਿਕ ਨਹੀਂ ਪਾਏਗਾ, ਬਹੁਤੀ ਦੇਰ ਉਹ ਜੁੜਿਆ ਨਹੀਂ ਰਹੇਗਾ ਤੁਹਾਡੇ ਨਾਲ, ਉਹ ਕਿਤੇ ਨਾ ਕਿਤੇ ਉਦਾਸੀਨ ਹੋ ਜਾਏਗਾ, ਬੋਰ ਹੋ ਜਾਏਗਾ। ਸੋ ਇਹ ਤਬਦੀਲੀਆਂ ਆਈਆਂ, ਔਰ ਇਹ ਤਬਦੀਲੀਆਂ ਲਗਭਗ ਹਰ ਕਾਮਯਾਬ ਡਾਇਰੈਕਟਰ ਨੇ ਇਹ ਸਮਝੀਆਂ। ਮੈਨੂੰ ਯਾਦ ਹੈ ਮੈਂ ਜਦੋਂ ਸ਼ੁਰੂ ਥੀਏਟਰ ਕਰਦਾ ਸੀ, ਇਹਨਾਂ ਚੀਜ਼ਾਂ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਸਾਨੂੰ ਹੁੰਦਾ ਸੀ ਬਹੁਤ ਅੱਛਾ ਵਿਸ਼ਾ ਚੁਣ ਲਿਆ, ਗੱਲ ਬਣ ਗਈ, ਬਸ ਐਕਟਰਸ ਨੇ ਡਾਇਲੋਗ ਯਾਦ ਕਰ ਲਏ, ਵਧੀਆ ਤਰੀਕੇ ਨਾਲ ਬੋਲਤੇ, ਇੱਕ ਦੂਜੇ ਨਾਲ ਸਮਝ ਲਿਆ। ਹੌਲੀ ਹੌਲੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤਬਦੀਲੀ ਫੜਦੀਆਂ ਗਈਆਂ। ਅੱਜ ਜਦੋਂ ਮੈਂ ਆਪਣਾ ਲੇਟੈਸਟ ਸੋਲੋ ਪਲੇ ਕਰਦਾ, ਸਮਾਂ ਵਾਲੀ ਡਾਂਗ, ਤੇ ਜੇ 1 ਘੰਟਾ 20 ਮਿੰਟ ਦੀ ਮੇਰੀ ਪ੍ਰੋਡਕਸ਼ਨ ਹੈ, ਤੇ 1 ਘੰਟਾ 20 ਮਿੰਟ ਦੇ ਵਿੱਚ ਮੈਂ ਕਿੰਨੀ ਵਾਰ ਉਸ ਨਾਟਕ ਦੇ ਵਿੱਚ 30-30 ਸੈਕਿੰਡ ਦੇ, ਤਕਰੀਬਨ 1-1 ਮਿੰਟ ਦੇ, ਇੱਕ ਵਾਰੀ 2 ਮਿੰਟ ਤੱਕ ਵੀ ਇੱਕ ਪੌਜ਼ ਜਾਂ ਪੌਜ਼ਿਸ ਲੈਣ, ਸਾਇਲੈਂਸ ਰੱਖਦਾ। ਉਹ ਸਾਇਲੈਂਸ ਦਰਸ਼ਕ ਬਰਦਾਸ਼ਤ ਕਰਦਾ, ਉਸ ਸਾਇਲੈਂਸ ਨੂੰ ਦੇਖਦਾ, ਉਸ ਸਾਇਲੈਂਸ ਨੂੰ ਇੰਜੋਏ ਕਰਦਾ, ਉਹ ਉਸ ਨਾਲ ਜੁੜਦਾ, ਉਹ ਸਾਇਲੈਂਸ ਦੇ ਨਾਲ। ਕਿਤੇ ਮਿਊਜ਼ਿਕ ਆਉਂਦਾ, ਮਿਊਜ਼ਿਕ ਦੇ ਉੱਤੇ ਐਕਟਰ ਐਕਟ ਕਰ ਰਿਹਾ, ਕਿਤੇ ਡਾਇਲੋਗ ਨਹੀਂ ਬੋਲ ਰਿਹਾ, ਹੈ ਕਿਤੇ ਵਿਜ਼ੂਅਲਸ ਦੇ ਵਿੱਚੋਂ ਖੇਡ ਰਿਹਾ, ਸਟੇਜ ਪ੍ਰੋਪਰਟੀ ਨੂੰ ਯੂਜ਼ ਕਰ ਰਿਹਾ, ਸਟੇਜ ਦੇ ਜਿਹੜੇ ਪ੍ਰੋਪਸ ਪਈਆਂ ਉਹਨਾਂ ਦੇ ਨਾਲ ਕਿਤੇ ਕੁਝ ਕਰ ਰਿਹਾ, ਉਹਨਾਂ ਨਾਲ ਗੱਲਾਂ ਕਰ ਰਿਹਾ, ਕੁਝ ਕਰ ਰਿਹਾ। ਦੈਟ ਇਜ਼ ਵੈਰੀ ਇੰਟਰਸਟਿੰਗ, ਉਹ ਬਹੁਤ ਇੰਟਰਸਟਿੰਗ ਹੈ। ਸੋ ਇਹ ਤਬਦੀਲੀਆਂ ਆਈਆਂ, ਔਰ ਹਰ ਡਾਇਰੈਕਟਰ ਨੂੰ, ਹਰ ਐਕਟਰ ਨੂੰ ਇਹ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ। ਜੇ ਗੱਲ ਕੀਤੀ ਜਾਵੇ, ਥੀਏਟਰ ਤਾਂ ਜ਼ਿੰਦਾ ਰਹਿੰਦਾ, ਇੱਕ ਕਲਾਕਾਰ ਵੀ ਜ਼ਿੰਦਾ ਰਹਿੰਦਾ। ਜੇਕਰ ਕਲਾਕਾਰ ਮਰ ਜਾਂਦਾ, ਜਿੱਦਾਂ ਅੱਜ ਕਲਾਕਾਰ ਨਹੀਂ ਰਹੇ, ਇਹ ਥੀਏਟਰ ਆਰਟਿਸਟ ਸੀਗੇ ਰੰਜਨ ਸਾਈਕਲ ਜੀ, ਕਿਤੇ ਨਾ ਕਿਤੇ ਲੱਗਦਾ ਕਿ ਜਿੰਨੀ ਕੰਟਰੀਬਿਊਸ਼ਨ, ਜਿੰਨਾ ਟ੍ਰਿਬਿਊਟ ਉਹਨੂੰ ਦੇਣਾ ਚਾਹੀਦਾ, ਉਹਨਾਂ ਥੀਏਟਰ ਨੇ ਨਹੀਂ ਦਿੱਤਾ। ਕਿਉਂਕਿ ਉਹਨਾਂ ਨੇ ਫਿਲਮਾਂ 'ਚ ਵੀ ਕੰਮ ਕੀਤਾ, ਚਾਹੇ ਉਹ ਮਾਹੀ NRI ਹੈ, ਕਰਮਾ ਜਾਂ ਹੋਰ ਫਿਲਮਾਂ 'ਚ ਕੰਮ ਕੀਤਾ ਸੀ। ਥੀਏਟਰ ਨੇ ਜਿੰਨੀ ਇੰਪੋਰਟੈਂਸ ਦੇਣੀ ਚਾਹੀਦੀ ਸੀ, ਉਹਨਾਂ ਨੂੰ ਮਿਲੀ ਹੈ ਤੁਹਾਡੇ ਅਕੋਰਡਿੰਗਲੀ, ਤੁਹਾਡੇ ਮੁਤਾਬਿਕ? ਤੁਸੀਂ ਬਹੁਤ ਬਹੁਤ ਦੁੱਖ ਦੀ ਰਗ ਤੇ ਹੱਥ ਰੱਖਿਆ। ਮੈਂ ਸਵੇਰ ਦਾ ਆਪਣੇ ਆਪ ਨੂੰ ਸੰਭਾਲਿਆ ਹੋਇਆ ਸੀ ਕਿਵੇਂ ਨਾ ਕਿਵੇਂ। ਮੈਨੂੰ ਸਵੇਰੇ ਖਬਰ ਮਿਲ ਗਈ ਸੀ ਕਿ ਰੰਜਨ ਸਹਿਗਲ ਸਾਡੇ ਕੋਲ ਨਹੀਂ ਰਿਹਾ। ਮੈਂ ਤੇ ਰੰਜਨ ਨੇ ਇਕੱਠੇ ਕੰਮ ਕੀਤਾ ਹੋਇਆ, ਤੇ ਰੰਜਨ ਬੜਾ ਪਿਆਰਾ ਭਰਾ ਸੀ, ਛੋਟਾ, ਬੜਾ ਪਿਆਰਾ ਕਲਾਕਾਰ ਸੀ, ਔਰ ਬਹੁਤ ਪਿਆਰਾ ਇਨਸਾਨ ਸੀ। ਉਹਦੇ ਨੇੜੇ ਹੋਣਾ ਮਤਲਬ ਜ਼ਿੰਦਗੀ ਦੇ ਨੇੜੇ ਹੋਣਾ ਸੀ। ਉਹ ਬਹੁਤ ਹਸਮੁਖ ਸੀ, ਬੜਾ ਰਿਸਪੈਕਟ ਕਰਨ ਵਾਲਾ ਬੰਦਾ ਸੀਗਾ ਉਹ। ਤੇ ਕਿਵੇਂ ਉਹ ਇੰਨੀ ਜਲਦੀ ਚਲ ਗਿਆ, ਹਾਲੇ ਤਾਂ ਉਹਦੀ ਉਮਰ ਬਹੁਤ ਥੋੜੀ ਸੀ। ਉਹ ਸਾਡੇ ਲਈ, ਕਿਸੇ ਵੀ ਕਲਾਕਾਰ ਦਾ ਜਾਣਾ ਸਾਡੇ ਲਈ ਬੜੀ ਦੁੱਖ ਦੀ ਗੱਲ ਹੈ। ਪਰ ਜਿਹੜੀ ਗੱਲ ਇਹ ਹੈ ਕਿ ਕਲਾਕਾਰ ਚਲਾ ਜਾਂਦਾ ਹੈ ਤੇ ਉਹਦੇ ਜਾਣ ਤੇ ਕੋਈ ਉਸ ਲੈਵਲ ਦਾ ਦੁੱਖ ਨਹੀਂ ਮਨਾਇਆ ਜਾਂਦਾ, ਜਾਂ ਉਸ ਲੈਵਲ ਦਾ ਕੁਝ ਉਹਨੂੰ ਯਾਦ ਨਹੀਂ ਕੀਤਾ ਜਾਂਦਾ। ਇਹ ਮੈਂ ਸਮਝਦਾ
ਬਹੁਤ ਬਹੁਤ ਦੁੱਖ ਦੀ ਖਬਰ ਹੈ। ਬੜਾ ਪਿਆਰਾ ਇਨਸਾਨ ਤੇ ਬੜਾ ਪਿਆਰਾ ਕਲਾਕਾਰ ਸੀ। ਮੈਂ ਉਹਦੇ ਨਾਲ ਕੰਮ ਕੀਤਾ ਅਸੀਂ ਇਕੱਠਿਆਂ, ਔਰ ਚੰਡੀਗੜ੍ਹ ਦੇ ਵਿੱਚ ਕਾਫੀ ਸਾਲ ਅਸੀਂ ਇੱਕ ਦੂਜੇ ਨੂੰ ਮਿਲਦੇ ਗਿਲਦੇ ਰਹੇ। ਉਹ ਬਹੁਤ ਹੀ ਮਿਲਾਪੜਾ ਸੀ। ਕੋਈ ਵੀ ਕਲਾਕਾਰ ਜਦੋਂ ਸਾਡੇ ਨਾਲ ਕੰਮ ਕਰਦਾ ਹੋਵੇ, ਸਾਡੇ ਕਿਤੇ ਨੇੜੇ ਤੇੜੇ ਵਿਚਰਦਾ ਹੋਵੇ, ਚਲੇ ਜਾਂਦਾ, ਤੇ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਕਿ ਸਾਡਾ ਪਹਿਲਾਂ ਹੀ ਬਹੁਤ ਛੋਟਾ ਜਿਹਾ ਟੱਬਰ ਹੈ ਰੰਗਕਰਮੀਆਂ ਦਾ, ਉਹਦੇ ਵਿੱਚੋਂ ਕਿਸੇ ਦਾ ਚਲੇ ਜਾਣਾ। ਜਿੱਥੋਂ ਤੱਕ ਇਹ ਸੰਬੰਧ ਹੈ ਕਿ ਕਲਾਕਾਰ ਜਦੋਂ ਚਲੇ ਜਾਂਦਾ ਹੈ ਤੇ ਉਹਨੂੰ ਕੋਈ ਬਹੁਤ ਜ਼ਿਆਦਾ ਯਾਦ ਨਹੀਂ ਕੀਤਾ ਜਾਂਦਾ, ਜਾਂ ਬਹੁਤ ਜ਼ਿਆਦਾ ਉਹਦੇ ਜਾਣ ਦਾ ਜਿਹੜਾ ਹੈਗਾ ਉਹ ਅਫਸੋਸ ਉਸ ਲੈਵਲ ਦਾ ਨਹੀਂ ਹੁੰਦਾ। ਤਾਂ ਮੈਂ ਸਮਝਦਾ ਕਿ ਇਹ ਨਾ ਇੱਕ ਸਮਾਜ ਦਾ ਪੱਖ ਹੈ ਕਿ ਸਮਾਜ ਕਲਾਕਾਰਾਂ ਪ੍ਰਤੀ ਕੋਈ ਬਹੁਤ ਜ਼ਿਆਦਾ ਚੇਤਨ ਨਹੀਂ ਹੈ। ਸਮਾਜ ਕਲਾਕਾਰਾਂ ਨੂੰ ਇੱਜ਼ਤ ਤਾਂ ਦੇ ਰਿਹਾ ਪਹਿਲਾਂ ਨਾਲੋਂ ਜ਼ਿਆਦਾ, ਪਰ ਸਮਾਜ ਉਸ ਤਰ੍ਹਾਂ ਨਹੀਂ, ਉਸ ਤਰ੍ਹਾਂ ਦਾ ਮਾਣ ਸਤਿਕਾਰ ਸਮਾਜ ਕਲਾਕਾਰਾਂ ਨੂੰ ਨਹੀਂ ਦੇ ਪਾਉਂਦਾ ਕਿ ਉਹਨਾਂ ਨੂੰ ਅਸੀਂ ਵੱਡੇ ਲੈਵਲ ਤੇ ਯਾਦ ਕਰੀਏ। ਪਰ ਜਿਹੜੇ ਅਸੀਂ ਆਰਟਿਸਟ ਹਾਂ, ਘੱਟੋ ਘੱਟ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਡੀ ਫਰਟਰਨਿਟੀ ਹੈ, ਸਾਡੀ ਫੈਮਿਲੀ ਹੈ, ਸਾਡਾ ਪਰਿਵਾਰ ਹੈ ਇਹ। ਸਾਨੂੰ ਸਮਾਜ ਤੋਂ ਬਹੁਤੀ ਆਸ ਰੱਖਣ ਤੋਂ ਬਿਨਾਂ ਸਾਨੂੰ ਘੱਟੋ ਘੱਟ ਇਹ ਜ਼ਰੂਰ ਕਰਨਾ ਚਾਹੀਦਾ ਕਿ ਸਾਡਾ ਕੋਈ ਵੀ ਆਰਟਿਸਟ ਜਦੋਂ ਸਾਡੇ ਕੋਲ ਚਲੇ ਜਾਂਦਾ, ਅਸੀਂ ਪ੍ਰੋਪਰ ਤਰੀਕੇ ਨਾਲ ਯਾਦ ਕਰੀਏ, ਪ੍ਰੋਪਰ ਤਰੀਕੇ ਨਾਲ ਉਹਦੀਆਂ ਯਾਦਾਂ ਨੂੰ ਸਾਂਝਾ ਕਰੀਏ ਇੱਕ ਦੂਜੇ ਨਾਲ। ਉਹਦੇ ਲਈ ਕਿਤੇ ਕੋਈ ਸ਼ਰਧਾਂਜਲੀ ਸਮਾਗਮ ਰੱਖਿਆ ਜਾਵੇ ਕਿਤੇ, ਜਿੱਥੇ ਬੈਠ ਕੇ ਅਸੀਂ ਗੱਲਾਂ ਕਰ ਸਕੀਏ। ਕਿਉਂਕਿ ਜ਼ਿੰਦਗੀ ਹੈ, ਜ਼ਿੰਦਗੀ ਮੌਤ ਇਹ ਦੋਨੋਂ ਚੀਜ਼ਾਂ ਦਾ ਹਿੱਸਾ ਨੇ ਜ਼ਿੰਦਗੀ ਦਾ। ਜਿਹੜਾ ਵੀ ਬੰਦਾ ਆਇਆ ਉਹ ਕਿਸੇ ਨਾ ਕਿਸੇ ਦਿਨ ਉਹਨੇ ਤੁਰ ਜਾਣਾ। ਜਿਸ ਤਰ੍ਹਾਂ ਦੀ ਮਹਾਮਾਰੀ ਚੋਂ ਅਸੀਂ ਲੰਘ ਰਹੇ ਹਾਂ, ਉੱਥੇ ਕੋਈ ਵੀ ਜਾ ਸਕਦਾ, ਪਰ ਮੌਤ ਤੋਂ ਬਾਅਦ ਵੀ ਉਸ ਇਨਸਾਨ ਨੂੰ ਤੁਸੀਂ ਕਿੰਨੀ ਦੇਰ ਤੱਕ ਜ਼ਿੰਦਾ ਰੱਖਦੇ ਹੋ ਆਪਣੀਆਂ ਯਾਦਾਂ ਵਿੱਚ, ਮਹੱਤਵਪੂਰਨ ਇਹ ਹੈ, ਉਹ ਰੱਖਣਾ ਚਾਹੀਦਾ। ਜੇ ਅਸੀਂ ਕਲਾਕਾਰ ਵੀ ਇਸ ਤਰ੍ਹਾਂ ਨਹੀਂ ਕਰਾਂਗੇ, ਆਪਣੇ ਵਿਛੜੇ ਹੋਏ ਸਾਥੀਆਂ ਨੂੰ ਯਾਦ ਨਹੀਂ ਕਰਾਂਗੇ, ਜੇ ਛੇਤੀ ਵਿਸਾਰ ਦਾਂਗੇ, ਫਿਰ ਆਮ ਸਮਾਜ ਨਾਲੋਂ ਸਾਡਾ ਕੋਈ ਫਰਕ ਨਹੀਂ ਰਹਿ ਜਾਏਗਾ, ਕਿਉਂਕਿ ਅਸੀਂ ਸੰਵੇਦਨਸ਼ੀਲ ਇਨਸਾਨ ਆਪਣੇ ਆਪ ਨੂੰ ਕਹਿੰਦੇ ਹਾਂ। ਸੋ ਦੁੱਖ ਹੈ, ਅੱਜ ਵੀ ਰੰਜਨ ਗਿਆ, ਅੰਦਰ ਦੁੱਖ ਹੈ। ਸਾਡੇ ਹੋਰ ਕਲਾਕਾਰ, ਮੈਨੂੰ ਯਾਦ ਹੈ ਸਾਡਾ ਜਿਹੜਾ ਥੀਏਟਰ ਗਰੁੱਪ ਹੈ, ਅਦਾਕਾਰ ਗਰੁੱਪ, ਸਾਡੇ ਥੀਏਟਰ ਗਰੁੱਪ ਦੇ 2 ਕਲਾਕਾਰ ਬਹੁਤ ਯੰਗ ਉਮਰ ਦੇ ਵਿੱਚ ਉਹ ਚਲੇ ਗਏ ਸੀ। ਇੱਕ ਗੈਰੀ ਪਿੰਡਰ ਸੀ, ਉਹ ਤੇ ਬੰਬੇ ਜਾ ਕੇ ਫਿਲਮ ਡਾਇਰੈਕਟਰ ਵੀ ਬਣ ਗਿਆ ਸੀ, ਟੀਵੀ ਸੀਰੀਅਲ ਬਹੁਤ ਸਾਰੇ ਉਹਨੇ ਡਾਇਰੈਕਟ ਕੀਤੇ ਸੀ। ਤੇ ਇਸੇ ਤਰ੍ਹਾਂ ਸਾਡਾ ਇੱਕ ਹੋਰ ਦੋਸਤ ਸੀਗਾ, ਉਹ ਦੋਨੋਂ ਜਣੇ ਅਚਾਨਕ ਮਤਲਬ ਮੌਤ ਹੋ ਗਈ ਉਹਨਾਂ ਦੀ। ਪੁਸ਼ਕਰ ਸੀ ਦੂਸਰਾ ਉਹਦਾ ਨਾਮ। ਤੇ ਅਸੀਂ ਕੋਸ਼ਿਸ਼ ਕੀਤੀ, ਅਸੀਂ ਬਹੁਤ ਸਾਲ, ਹਰ ਸਾਲ ਜਦੋਂ ਅਸੀਂ ਆਪਣਾ ਫੈਸਟੀਵਲ ਕਰਦੇ ਸੀ, ਅਸੀਂ ਉਹਨਾਂ ਨੂੰ ਯਾਦ ਕਰਦੇ ਸੀ, ਉਹਨਾਂ ਦੇ ਨਾਮ ਤੇ ਕਲਾਕਾਰਾਂ ਨੂੰ ਅਵਾਰਡ ਵੀ ਦਿੰਦੇ ਸੀ, ਉਹਨਾਂ ਦੀਆਂ ਗੱਲਾਂ ਸਟੇਜ ਉੱਤੇ, ਉਹਨਾਂ ਦੀਆਂ ਗੱਲਾਂ 4-5 ਮਿੰਟ ਘੱਟੋ ਘੱਟ ਉਹਨਾਂ ਨੂੰ ਸਮਰਪਿਤ ਕਰਦੇ ਸੀ ਕਿ ਉਹਨਾਂ ਦੀਆਂ ਗੱਲਾਂ ਕੀਤੀਆਂ ਜਾ ਸਕਣ, ਉਹਨਾਂ ਨੂੰ ਯਾਦ ਕੀਤਾ ਜਾ ਸਕੇ। ਉਹਦੇ ਨਾਲ ਕੀ ਸੀਗਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਚੰਗਾ ਮਹਿਸੂਸ ਹੋਇਆ ਕਿ ਇੱਕ ਇਹ ਪਰਿਵਾਰ ਹੈ, ਇੱਕ ਆ ਵੀ ਪਰਿਵਾਰ ਹੈ, ਹਨਾ, ਇੱਕ ਨਿੱਜੀ ਪਰਿਵਾਰ ਹੈ, ਇੱਕ ਰੰਗਮੰਚ ਪਰਿਵਾਰ ਹੈ, ਉਹ ਉਹਨਾਂ ਨੂੰ ਯਾਦ ਕਰ ਰਿਹਾ। ਸੋ ਇਸ ਤਰ੍ਹਾਂ ਇਹ ਇੱਕ ਮਨੁੱਖੀ ਗੁਣ ਹੋਣਾ ਚਾਹੀਦਾ ਸਾਡੇ ਵਿੱਚ ਕਿ ਅਸੀਂ ਆਪਣੇ ਨਾਲ ਜਿਹੜਾ ਕੋਈ 2 ਪਲ ਵੀ, 2 ਕਦਮ ਵੀ ਸਾਡੇ ਨਾਲ ਤੁਰਿਆ ਹੈ ਕਿਸੇ ਟਾਈਮ, ਤੇ ਉਹ ਜਦੋਂ ਕਿਤੇ ਵਿਛੜ ਜਾਵੇ ਸਾਡੇ ਤੋਂ, ਤੇ ਅਸੀਂ ਉਹਦੀਆਂ ਯਾਦਾਂ ਨੂੰ ਸਾਂਭੀਏ ਜ਼ਰੂਰ। ਇੰਨਾ ਸਾਨੂੰ ਜ਼ਰੂਰ ਚਾਹੀਦਾ। ਤੇ ਸਾਹਿਬ, ਤੁਸੀਂ ਜਾਂਦੇ ਨੇ ਥੀਏਟਰ ਬਾਰੇ ਕੀ ਕਹਿਣਾ ਚਾਹੋਗੇ? ਮੈਂ ਕਹਾਂ ਕਿ ਥੀਏਟਰ ਇੱਕ ਜ਼ਿੰਦਾ ਮੀਡੀਅਮ ਹੈ, ਇੱਕ ਸਮਾਜ ਨਾਲ ਜੁੜਿਆ ਹੋਇਆ ਮੀਡੀਅਮ ਹੈ, ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਮੀਡੀਅਮ ਹੈ। ਇਸ ਤੋਂ ਸਮਾਜ ਨੂੰ ਬਹੁਤ ਆਸਾਂ ਨੇ ਤੇ ਸਾਨੂੰ ਸਮਾਜ ਤੋਂ ਬਹੁਤ ਆਸਾਂ ਨੇ। ਥੀਏਟਰ ਸਮਾਜ ਤੋਂ ਕਦੀ ਟੁੱਟ ਨਹੀਂ ਸਕਦਾ, ਸਮਾਜ ਥੀਏਟਰ ਤੋਂ ਕਦੀ ਟੁੱਟ ਨਹੀਂ ਸਕਦਾ। ਜਿੰਨੇ ਮਰਜ਼ੀਆਂ ਚੁਣੌਤੀ ਆ ਜਾਣ, ਜਿਸ ਤਰ੍ਹਾਂ ਦੇ ਮਰਜ਼ੀ ਕੋਈ ਔਖੇ ਦੌਰ ਆ ਜਾਣ, ਜਿਹੜਾ ਰੰਗਮੰਚ ਹੈ ਉਹ ਜ਼ਿੰਦਾ ਰਿਹਾ ਸੀ। ਰੰਗਮੰਚ ਨੇ ਵਿਸ਼ਵ ਯੁੱਧ ਵੀ ਦੇਖੇ ਹੋਏ ਨੇ, ਵੱਡੇ ਵੱਡੇ ਯੁੱਧ ਵੀ ਦੇਖੇ ਹੋਏ ਨੇ, ਫਿਰ ਵੀ ਰੰਗਮੰਚ ਜ਼ਿੰਦਾ ਰਿਹਾ। ਰੰਗਮੰਚ ਨੇ ਸਰਕਾਰੀ ਦਮਨ ਵੀ ਦੇਖਿਆ ਹੋਇਆ, ਸੱਤਾ ਦੀ ਜਿਹੜੀ ਹੈਗੀ ਹੈ ਬੇਖਿਲਾਫੀ ਵੀ ਦੇਖੀ ਹੋਈ ਹੈ, ਇਹ ਵੀ ਦੇਖਿਆ ਹੋਇਆ ਕਿ ਸਾਨੂੰ ਸਿਸਟਮ ਇਗਨੋਰ ਕਰਦਾ ਹੈ। ਰੰਗਮੰਚ ਫਿਰ ਵੀ ਟੁੱਟਿਆ ਨਹੀਂ, ਰੰਗਮੰਚ ਫਿਰ ਵੀ ਥੱਕਿਆ ਨਹੀਂ, ਹਾਰਿਆ ਨਹੀਂ। ਤੇ ਅੱਜ ਵੀ ਮੈਂ ਪੂਰੇ ਦਾਅਵੇ ਨਾਲ ਕਹਿ ਸਕਦਾ, ਇਹ ਕੋਈ ਮੇਰੀ ਭਾਵਕ ਟਿੱਪਣੀ ਨਹੀਂ ਹੈ, ਇੱਕ ਯਥਾਰਥਕ ਸਟੇਟਮੈਂਟ ਮੈਂ ਦੇ ਰਿਹਾ ਕਿ ਰੰਗਮੰਚ ਫਿਰ ਆਏਗਾ, ਰੰਗਮੰਚ ਫਿਰ ਉਸੇ ਸ਼ਾਨੋ ਸ਼ੌਕਤ ਨਾਲ ਆਏਗਾ ਔਰ ਸਮਾਜ ਦਾ ਹਿੱਸਾ ਬਣੇਗਾ। ਇਸ ਕਰਕੇ ਮੈਂ ਆਸਵੰਦ ਹਾਂ, ਤਕਲੀਫ 'ਚ ਜ਼ਰੂਰ ਹਾਂ, ਫਿਕਰਮੰਦ ਜ਼ਰੂਰ ਹਾਂ, ਪਰ ਆਸਵੰਦ ਹਾਂ ਕਿ ਰੰਗਮੰਚ ਫਿਰ ਉੱਭਰੇਗਾ, ਫਿਰ ਸਮਾਜ ਦਾ ਹਿੱਸਾ ਰੰਗਮੰਚ ਬਣੇਗਾ। ਇਸ ਕਰਕੇ ਸਾਰੇ ਰੰਗਕਰਮੀਆਂ ਨੂੰ ਆਪਣੇ ਆਪ ਨੂੰ ਕਾਇਮ ਕਰਨ ਦੀ ਲੋੜ ਹੈ, ਸਲਾਮਤ ਰੱਖਣ ਦੀ ਲੋੜ ਹੈ। ਤੇ ਇਹ ਸੀਗੀ ਮੇਰੇ ਨਾਲ ਨਿਰਦੇਸ਼ਕ ਡਾਕਟਰ ਸਾਹਿਬ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਰੰਗਮੰਚ ਵਾਪਸ ਆਏਗਾ, ਤੁਸੀਂ ਹਿੰਮਤ ਨਾ ਹਾਰੋ। ਹਾਲਾਂਕਿ ਪੂਰਾ ਦੇਸ਼ ਜਿਹੜਾ ਹੈਗਾ ਕਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ, ਪਰ ਹਿੰਮਤ ਨਹੀਂ ਹਾਰਨੀ ਚਾਹੀਦੀ, ਕਿਉਂਕਿ ਰੰਗਮੰਚ ਹੀ ਅਜਿਹਾ ਜ਼ਰੀਆ ਜਿਹੜਾ ਲੋਕਾਂ ਦੁਆਰਾ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਸਕਦਾ ਹੈ। ਤੇ ਹਿੰਮਤ ਨਹੀਂ ਹਾਰਨੀ ਚਾਹੀਦੀ, ਸਾਨੂੰ ਹਿੰਮਤ ਹੀ ਬਣਾ ਕੇ ਰੱਖਣੀ ਚਾਹੀਦੀ ਹੈ। ਬਣੇ ਰਹੋ TV NRI ਨਾਲ। ਥੈਂਕ ਯੂ ਸੋ ਮਚ ਸਾਹਿਬ।